ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਸਰਦਾਰ ਜਸਵੀਰ ਸਿੰਘ ਜੀ ਪੱਟੀ, ਉਹਨਾਂ ਦਾ ਸਵਾਗਤ ਕਰਾਂਗੇ। ਪੱਟੀ ਸਾਹਿਬ ਸਤਿ ਸ੍ਰੀ ਅਕਾਲ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਗੱਲ ਇਹ ਹੈ ਜੀ, ਜਿਹੜਾ ਪਟਿਆਲਾ ਨੂੰ ਨੇੜੇ ਪੈਂਦਾ ਕੈਨੇਡਾ ਥੋੜਾ ਜਿਹਾ ਤੇ ਅੰਮ੍ਰਿਤਸਰ ਦੂਰ ਪੈਂਦਾ ਜੀ। ਇਹ ਵੀ ਗੱਲ ਤੁਹਾਡੀ ਸਹੀ ਹੈ। ਨਾਲੇ ਪਟਿਆਲੇ ਦਾ ਤੁਹਾਨੂੰ ਪਤਾ ਨਾ ਰਾਜੇ ਮਹਾਰਾਜੇ ਉੱਥੇ ਜੀ। ਪਟਿਆਲਾ ਬਿਲਕੁਲ ਰੀਸ਼ਾ ਦਾ ਸ਼ਹਿਰ ਹੈ ਜੀ, ਕੋਈ ਤੁਹਾਨੂੰ ਜ਼ਿਆਦਾ ਪਿਆਰ ਨਹੀਂ ਸੰਗਾਂ। ਚਲੋ ਕੋਈ ਨਹੀਂ, ਗੁਰੂ ਦੀ ਨਗਰੀ ਸਹੀ, ਉੱਥੇ ਉਹਦੇ ਵਰਗਾ ਮੁਕਾਬਲਾ ਨਹੀਂ ਕਰ ਸਕਦਾ ਪਟਿਆਲਾ। ਅਮਿਤਾਭ ਬੱਚਨ ਜਿੱਥੋਂ ਛੱਡਿਆ ਸੀ ਉੱਥੇ ਚੱਲਦੇ ਆ। ਬਿਗ ਬੀ ਦਿੱਲੀ ਕਮੇਟੀ ਨੂੰ ਦਿੱਤੀ ਵਿੱਤੀ ਸਹਾਇਤਾ ਨੂੰ ਲੈ ਕੇ ਨਵੰਬਰ 1984 ਦੇ ਪੀੜਤਾਂ ਦਾ ਜਿਹੜਾ ਦਰਦ ਹੈ ਉਹ ਹੁਣ ਇਹ ਜ਼ਖਮ ਅੱਲੇ ਕਰ ਦਿੱਤੇ ਨੇ ਸਿਰਸੇ ਨੇ ਜੀ। ਸਿਰਸੇ ਨੂੰ ਕਿਹਾ ਕਿ 2 ਕਰੋੜ ਵਾਪਸ ਕੀਤੇ ਜਾਣ। ਭਾਈ ਰਣਜੀਤ ਸਿੰਘ ਨੇ ਵੀ ਦਿੱਤਾ ਬਾਦਲ ਦਲੀਆਂ ਦੇ ਬਾਈਕਾਟ ਦਾ ਸੱਦਾ ਤੇ ਸਿਰਸਾ ਇਕਾਂਤਵਾਸ ਹੋ ਗਿਆ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ। ਬਿਲਕੁਲ ਜੀ ਬਿਲਕੁਲ। ਜਿੱਥੋਂ ਤੱਕ ਸਰਸੇ ਦੀ ਗੱਲ ਆ ਜੀ, ਪਹਿਲੀ ਗੱਲ ਤੇ ਜਿਹੜੇ ਉਹ ਪੀੜਤ ਲੋਕ ਨੇ ਉਹ ਇਨਸਾਫ ਆ। ਜਿਹੜੇ ਸਰਸਾ ਸਾਹਿਬ ਤੁਹਾਨੂੰ ਦੱਸ ਦਿਓ ਕੀਤਾ ਤੁਸੀਂ ਕੀ ਆ। ਸਭ ਤੋਂ ਵੱਡੀ ਗੱਲ ਤੇ ਤੁਸੀਂ ਕੀਤਾ ਕੀ, ਸਾਨੂੰ ਦੱਸ ਦਿਓ ਆ ਕੇ। ਸਾਡੇ ਤੇ ਜੀ ਮਰ ਗਏ ਇੱਕ ਉਹਦੀ ਗੱਲ ਕਹਿਣ ਦੇ ਨਾਲ। ਅੱਜ ਤੁਸੀਂ ਕਹਿਣ ਦੇ ਵੀ ਕੋਈ ਗੱਲ ਨਹੀਂ ਹੋਏਗੀ ਉੱਥੇ। ਪਰ ਚਾਵਲਾ ਸਾਹਿਬ ਬੇਸਿਕਲੀ ਇਹ ਜਿਹੜਾ ਕਾਂਡ ਵਾਪਰਿਆ ਸੀ ਨਾ, ਉਹਦੇ ਵਿੱਚ ਤੁਸੀਂ ਇੱਕ ਚੀਜ਼ ਵੇਖੋ, ਜੇ ਘਟਨਾ ਵਾਪਰੀ ਆ ਤਾਂ ਉੱਚ ਗਰੀਬ ਲੋਕ ਜ਼ਿਆਦਾ ਕਾਬੂ ਆਏ। ਬਿਲਕੁਲ ਬਿਲਕੁਲ। ਪੀਰਾਂ ਨੂੰ ਕੁਛ ਨਹੀਂ ਲਗਭਗ ਹੋਇਆ। ਮੀਰ ਤਾਂ ਅਜੇ ਵੀ ਗੱਜਦੇ ਫਿਰਦੇ ਨੇ ਉੱਥੇ। ਉਹ ਜਿਹੜੇ ਗਰੀਬ ਲੋਕ ਕਾਬੂ ਆਏ ਤੇ ਗਰੀਬ ਹੀ ਹੁਣ ਜਿਹੜੇ ਕਹਿ ਰਹੇ ਨੇ ਵੀ ਸਾਡੇ ਨਾਲ ਜਿਹੜਾ ਇਸੀ ਜ਼ਿਆਦਤੀ ਹੋਈ ਹੈ ਤੇ ਸਰਕਾਰ ਸਾਹਿਬ ਸਾਨੂੰ ਇਨਸਾਫ ਦੇ ਦੇਣ। ਜੇ ਦੇ ਸਕਦੇ 10 ਦਿਨ ਵੀ ਇਹ ਘੜੀ ਕਹਾਣੀ ਕੀ ਵਾਪਰੀ ਹੈ, ਕਿਉਂ ਆਏ ਨੇ। ਹੁਣ ਤੇ ਜਿਹੜੀਆਂ ਪਰਤਾਂ ਜਿਹੜੀਆਂ ਖੁੱਲ ਰਹੀਆਂ ਨੇ ਉਹਦੇ ਵਿੱਚ ਤੇ ਹੋਰ ਵੀ ਤੁਹਾਡੇ ਸਾਹਮਣੇ ਵੇਖੋ ਨਾ, ਵੀ ਜਿਵੇਂ ਉਹਨੇ ਕਹਿਤਾ ਜਿਹੜੇ ਬਿਜ਼ਨਸ ਸੈਂਟਰ ਖੋਲ੍ਹੇ ਸੀ ਉੱਥੇ ਵੀ 10 ਕਰੋੜ ਰੁਪਇਆ ਦਿੱਤਾ ਉਹਨੇ। ਹੋਰ ਆਪ ਮੰਨ ਗਿਆ ਵੀ ਦਿੱਤਾ, ਤੇ ਜੇ ਉਹ ਦਿੱਤਾ ਤੇ ਫਿਰ ਹੁਣ ਸਰਸਾ ਸਾਹਿਬ ਦੱਸ ਦੇਣ ਕਿ ਭਾਈ ਭਾੜਾ ਚ ਵਰਤ ਰਿਹਾ। ਤੇ ਜੇ ਉਹ ਭਾੜਾ ਵਰਤ ਰਿਹਾ ਦੱਸ ਦਿਨ ਤੇ ਭਾਈ ਰਣਜੀਤ ਸਿੰਘ ਨੇ ਕਹਿਤਾ। ਭਾਈ ਰਣਜੀਤ ਸਿੰਘ ਨੇ ਇੰਨੀ ਗੱਲ ਕਹੀ ਵੀ ਇਹ ਪੰਥ ਤੇ ਗ੍ਰੰਥ ਦੇ ਬਹੁਤ ਵੱਡੇ ਦੋਸ਼ੀ ਨੇ ਬਾਦਲ ਕੇ। ਇਹਨਾਂ ਤੋਂ ਕਿਸੇ ਕਿਸਮ ਦੀ ਇਨਸਾਫ ਦੀ ਆਸ ਨਾ ਰੱਖੀ ਜਾਵੇ। ਇਹਨਾਂ ਨੇ ਪੰਥ ਦਾ ਵੀ ਬੇੜਾਗਰ ਕੀਤਾ ਤੇ ਗ੍ਰੰਥ ਦਾ ਬੇੜਾ ਕੀਤਾ ਤੇ ਉਹਨਾਂ ਵਿਅਕਤੀਆਂ ਕੋਲ ਇਹਨਾਂ ਚੋਣ ਫੰਡਾਂ ਦੇ ਪੈਸੇ ਲਏ ਜਿਹੜੇ ਤੰਬਾਕੂ ਦੇ ਵਪਾਰੀ ਸਨ। ਉਹਨਾਂ ਨੂੰ ਦਰਬਾਰ ਸਾਹਿਬ ਦੇ ਵਿੱਚ ਖੜੇ ਕਰਕੇ ਜਿਹੜਾ ਵਾ ਉਹ ਸਨਮਾਨਿਤ ਕੀਤਾ ਗਿਆ। ਤੇ ਜਿਹੜੇ ਸਾਡੇ ਜਥੇਦਾਰ ਨੇ ਜਿਨ੍ਹਾਂ ਨੂੰ ਆਮ ਤੌਰ ਤੇ ਗ੍ਰੰਥੀ ਕਹਿੰਦੇ ਆ, ਜਿਹੜੇ ਗ੍ਰੰਥੀ ਉਹ ਤੇ ਗੁਲਾਮ ਬਣ ਚੁੱਕੇ ਨੇ ਤੇ ਹੱਥਵਾਜੀ ਕੁਝ ਕਰ ਨਹੀਂ ਸਕਦੇ ਹੋ। ਬਿਲਕੁਲ। ਇਸ ਕਰਕੇ ਸਿੱਖ ਸੰਗਤਾਂ ਹੁਣ ਪਛਾਣ ਕਰਨ ਕਿ ਪੰਥਕ ਕੌਣ ਆ ਤੇ ਪੰਥ ਵਿਰੋਧੀ ਕੌਣ ਆ, ਤੇ ਪੰਥਕ ਦਾ ਸਾਥ ਦੇ ਕੇ ਜਿਹੜਾ ਸੀ ਦਿੱਲੀ ਕਮੇਟੀ ਦੇ ਉੱਤੇ ਉਹਨਾਂ ਲੋਕਾਂ ਦੀ ਸੇਵਾ ਦਿੱਤੀ ਜਾਵੇ ਜਿਹੜੇ ਵਾਕਿਆ ਹੀ ਸਮਰਪਿਤ ਹੋਣ, ਕੌਮ ਨੂੰ ਸਮਰਪਿਤ ਹੋਣ। ਬਿਲਕੁਲ। ਹੁਣ ਕੌਮ ਨੂੰ ਸਮਰਪਿਤ ਲੱਭਣ ਵਾਲਿਆਂ ਦੀ ਜਿਹੜੀ ਹੈ ਨਾ ਖੁਰਦਬੀਨ ਚਾਹੀਦੀ ਹੈ, ਕਿਹੜਾ ਕੌਮ ਨੂੰ ਸਮਰਪਿਤ ਹੈ। ਬੀਬੇ ਬਾਣੇ ਜੀ ਜੀ ਜੀ। ਹੁਣ ਮਾਥੇ ਹੱਥ ਤਿਲਕ ਬਾਣਾ ਲੋਗਣ ਰਾਮ ਖਲਾਉਣਾ ਜਾਣਾ। ਹੁਣ ਇਹ ਭਗਵਿਆਂ ਦੇ ਵਿੱਚ ਤੇ ਚਲੋ ਇਹ ਗੁੱਚੇ ਹੋਏ ਨੇ। ਕਿਹੜਾ ਅਸਲੀ ਆ ਉਹਦੀ ਪਰਖ ਕਰਨੀ ਬੜੀ ਔਖੀ ਹੈ। ਕਿਹੜੇ ਵੇਲੇ ਕੌਮ ਨੂੰ ਵੇਚ ਜਾਣਾ, ਕਿੱਥੇ ਵੇਚ ਜਾਣਾ, ਕਿਵੇਂ ਵੇਚ ਜਾਣਾ, ਕਿਵੇਂ ਧੋਖਾ ਕਰ ਜਾਣਾ। ਗਦਾਰਾਂ ਦੀ ਕਮੀ ਥੋੜ੍ਹੀ ਆ ਕੋਈ, ਲਾਂਤੀਆਂ ਦੀ। ਬਸ ਸਰਟੀਫਿਕੇਟ ਚਾਹੀਦਾ ਇਹਨਾਂ ਕੋਲ ਇੱਕ ਵੀ ਮੈਂ ਗੁਰੂ ਵਾਲਾ। ਪਰ ਗੁਰੂ ਨੂੰ ਬੇਮੁਖ ਹੋਏ ਨੇ। ਜਿਹੜੇ ਚੰਗੇ ਨੇ ਉਹਨਾਂ ਦੀ ਪਛਾਣ ਕਿਵੇਂ ਹੋਵੇਗੀ ਇਹ ਦੱਸੋ ਤੁਸੀਂ ਮੈਨੂੰ। ਚਾਵਲਾ ਸਾਹਿਬ ਸਰਟੀਫਿਕੇਟ ਵੀ ਨਹੀਂ ਹੈਗਾ ਹੁਣ। ਭਾਈ ਰਣਜੀਤ, ਹਾਂ, ਜੇ ਭਾਈ ਰਣਜੀਤ ਸਿੰਘ ਜੀ ਕਹਿ ਰਹੇ ਨੇ ਅੱਗੇ ਸਰਟੀਫਿਕੇਟ ਹੁੰਦਾ ਸੀਗਾ ਵੀ ਘੱਟੋ ਘੱਟ ਜਿਹੜਾ ਬੰਦਾ ਅਕਾਲੀ ਦਲ ਦਾ ਨੁਮਾਇੰਦਾ ਉਹ ਅੰਮ੍ਰਿਤਧਾਰੀ ਹੋਵੇਗਾ। ਜ਼ਿਲ੍ਹਾ ਜਥੇਦਾਰ ਅੰਮ੍ਰਿਤਧਾਰੀ ਹੋਏਗਾ ਤੇ ਹੱਥ ਦੇ ਵਿੱਚ 3 ਫੁੱਟੀ ਕਿਰਪਾਨ ਫੜੇਗਾ। ਹਾਂ ਹੁੰਦੀ ਸੀ। ਸਰਟੀਫਿਕੇਟ ਵੀ ਨਹੀਂ ਹੈਗਾ। ਹੁੰਦੀ ਸੀ। ਹੁਣ ਤੇ ਸਿਰਫ ਨਾਂ ਰਹਿ ਗਿਆ ਅਕਾਲੀ ਦਲ ਦਾ, ਬਾਕੀ ਕੁਛ ਨਹੀਂ। ਵੈਸੇ ਤੇ ਇਹਨਾਂ ਨੂੰ ਉਦੋਂ ਹੀ ਬਦਲ ਦੇਣਾ ਚਾਹੀਦਾ 1995 ਦੇ ਵਿੱਚ, ਜਦੋਂ ਸਰਦਾਰ ਪ੍ਰਕਾਸ਼ ਸਿੰਘ ਬਾਦਲ ਨੇ ਮੋਗਾ ਰੈਲੀ 'ਚ ਕਹਿ ਦਿੱਤਾ ਸੀਗਾ ਕਿ ਸਾਡੀ ਪਾਰਟੀ ਹੁਣ ਪੰਜਾਬੀ ਪਾਰਟੀ ਬਣ ਚੁੱਕੀ।
ਫਿਰ ਨਰਿੰਦਰ ਜੈਨ ਹੋਰੀ ਜਥੇਦਾਰ ਬਣ ਗਏ ਸੀ ਮੋਗੇ ਦੇ, ਤੁਹਾਨੂੰ ਪਤਾ ਹੋਏਗਾ। ਜੇ ਨਰਿੰਦਰ ਜੈਨ ਹੋਰੀ ਜਥੇਦਾਰ ਬਣ ਗਏ ਸੀ, ਫਿਰ ਅਕਾਲੀ ਦਲ ਦਾ ਨਾਮ ਬਦਨਾਮ ਤੁਸੀਂ ਨਾ ਕਰੋ। ਜਿਹੜਾ ਅਕਾਲੀ ਦਲ ਅਕਾਲ ਤਖਤ ਤੋਂ ਅਰਦਾਸ ਕਰਕੇ ਆਇਆ ਸੀ, ਉਹਦੇ ਸਿਧਾਂਤ ਕੀ ਸੀ, ਉਹਦੇ ਨਿਯਮ ਕੀ ਸੀ, ਉਹਦਾ ਸੰਵਿਧਾਨ ਕੀ ਸੀ, ਉਹ ਪੜ੍ਹੋ ਜ਼ਰੂਰ। ਤੇ ਜੇ ਨਹੀਂ ਪੜ੍ਹਨਾ ਤੇ ਫਿਰ ਅਕਾਲੀ ਦਲ ਨਾ ਕਹੋ। ਜੇ ਬਾਦਲ ਸਾਹਿਬ ਨੇ ਪੰਜਾਬੀ ਪਾਰਟੀ ਕਹਿੰਦੇ ਰੱਖ ਲਓ ਪੰਜਾਬੀ ਪਾਰਟੀ, ਤਾਂ ਮਨ ਨਹੀਂ ਕਰਦਾ ਵੀ ਇਸ ਗੱਲ ਤੋਂ। ਬਿਲਕੁਲ 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 ਬਿਲਕੁਲ। ਹੁਣ ਜਦੋਂ ਜਵਾਬ ਦੇਣ ਦਾ ਟਾਈਮ ਆਇਆ ਵਾ ਤੇ ਸਰਸਾ ਸਾਹਿਬ ਕੁਆਰੰਟਾਈਨ ਹੋ ਗਏ ਜੀ, ਮੈਨੂੰ ਤੇ ਕੋਰੋਨਾ ਹੋ ਗਿਆ। ਤੁਹਾਨੂੰ ਪਤਾ ਅੱਗੇ ਵੀ ਇੱਕ ਭੀੜ ਬੜੀ ਸੀ, ਉਦੋਂ ਵੀ ਕੁਆਰੰਟਾਈਨ ਹੋਏ ਸੀ, ਲੇਕਿਨ ਠੰਡ ਨਾਲ ਹੋ ਗਿਆ, 4 ਦਿਨਾਂ ਬਾਅਦ ਫਿਰ ਵਾਪਸ ਆ ਗਏ ਸੀ। ਹੁਣ ਫਿਰ ਕੁਆਰੰਟਾਈਨ ਹੋ ਗਏ ਜੀ। ਮੈਂ ਤੇ 14 ਦਿਨ ਨਾ ਬਾਹਰ ਨਿਕਲਣਾ, ਨਾ ਕਿਸੇ ਨੇ ਗੱਲ ਕਰਨੀ, ਨਾ ਬਾਤ ਕਰਨੀ। ਨਹੀਂ ਤੇ ਤੁਸੀਂ ਇਹਨਾਂ ਕੋਲ 14 ਦਿਨ ਬਾਹਰ ਨਹੀਂ ਨਿਕਲਣਾ। ਮਨਜਿੰਦਰ ਸਿਰਸਾ ਜੀ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਬੈਠੇ ਹੋਏ ਨੇ, ਜਾਗਦੀ ਜ਼ਮੀਰ ਵਾਲੇ, ਤੁਹਾਥੋਂ ਇਹ ਸਵਾਲ ਪੁੱਛਦੇ ਨੇ ਕਿ ਤੁਸੀਂ ਘਰੋਂ ਬਾਹਰ ਨਹੀਂ ਨਿਕਲਾ, ਤੁਹਾਡੇ ਕੋਲ ਫੋਨ ਤੇ ਨਹੀਂ ਖੋਲਿਆ। ਵਰਲਡ ਵਾਈਡ ਤੁਹਾਡੇ ਕੋਲੋਂ ਕੋਈ ਵੀ ਇਹ ਸੰਸਥਾ ਨੇ ਉਹ ਨਹੀਂ ਕਹਿੰਦਾ ਵੀ ਆਪਣਾ ਫੋਨ ਬਾਹਰ ਰੱਖ ਦਿਓ, ਇੰਟਰਨੈਟ ਵੀ ਬੰਦ ਕਰ ਦਿਓ ਇਹਦਾ, ਵੀ ਇਹ ਇਕਾਂਤਵਾਸ ਚਲ ਗਿਆ, ਇਹਨੂੰ ਇਕਾਂਤਵਾਸ ਕਰਨ ਵਾਸਤੇ ਇਹਦਾ ਫੋਨ ਵੀ ਲੈ ਲਓ। ਉੱਦਾਂ ਤੇ ਤੁਸੀਂ ਝੱਟ ਲਾਈਵ ਹੋ ਜਾਂਦੇ ਹੋ। ਬਿਲਕੁਲ ਠੀਕ ਹੈ ਜੀ। ਅੱਜ ਲਾਈਵ ਹੋ ਕੇ ਇਕਾਂਤਵਾਸ ਹੋ, ਚਲੋ ਠੀਕ ਹੈ, ਤੁਸੀਂ ਕਿਸੇ ਨੂੰ ਨਹੀਂ ਮਿਲਣਾ, ਬਹੁਤ ਵਧੀਆ ਗੱਲ। ਆਪ ਬਚੋ, ਦੂਜਿਆਂ ਨੂੰ ਬਚਾਓ, ਪਰ ਕੌਮ ਨੂੰ ਡੋਬਣ ਵਾਲਿਓ ਜਵਾਬ ਦਿਓ ਲਾਈਵ ਹੋ ਕੇ। ਹੁਣ ਬੇਸ਼ਰਮੀ ਦੀ ਕੋਈ ਹੱਦ ਹੁੰਦੀ ਆ? ਇਹ ਪਲੀ ਕੀ ਲੈ ਰਿਹਾ ਜੀ, ਇੱਕ ਨਾਸਿਆਂ ਨੂੰ ਜੀ ਪਲੀ ਇਹ ਰਿਹਾ ਕਿ ਖਸਵੰਤ ਸਿੰਘ ਦੇ ਬੇਟੇ ਦੀ 1 ਜੁਲਾਈ 2004 ਦੇ ਵਿੱਚ ਇੱਕ ਕਿਤਾਬ ਛਪੀ ਸੀ, ਉਹ ਉਦੋਂ ਰਿਲੀਜ਼ ਹੋਈ ਸੀਗੀ। ਉਹਦੇ ਸਮਾਗਮ ਵਿੱਚ ਅਮਿਤਾਭ ਬੱਚਨ ਵੀ ਆਇਆ ਸੀ, ਉਹਦੇ ਵਿੱਚ ਫੀਲਡ ਮਾਰਸ਼ਲ ਅਰਜਨ ਸਿੰਘ ਵੀ ਸੀਗਾ, ਉਹਦੇ ਵਿੱਚ ਖਸਵੰਤ ਸਿੰਘ ਆਪਣੇ ਤਰਲੋਚਨ ਸਾਰੇ ਹੈਗੇ ਸੀ ਉਹਦੇ। ਨਹੀਂ ਤੇ ਖੁਸ਼ਵੰਤ ਸਿੰਘ ਨੂੰ ਕੌਣ ਪੰਥਕ ਮੰਨਦਾ? ਵੀ ਇੱਕ ਮਿੰਟ ਸੁਣੀਏ, ਹਰਵਿੰਦਰ ਸਿੰਘ ਫੂਲਕਾ ਵੀ ਸਾਰੇ ਸਾਹਮਣੇ ਸੀ, ਲੇਕਿਨ ਕਿਸੇ ਨੇ ਉਦੋਂ ਕਿੰਤੂ ਕੋ ਨਹੀਂ ਕੀਤਾ ਕਿ ਇਹ ਸਾਡਾ ਦੋਸ਼ੀ ਹੈ। ਉਹ ਕਹਿੰਦੇ ਫੂਲਕਾ ਸਾਹਿਬ ਨੇ ਅੱਜ ਤੱਕ ਨਹੀਂ ਕਿਹਾ ਵੀ ਜਿਹੜਾ ਅਮਿਤਾਭ ਬੱਚਨ ਸਾਡਾ ਦੋਸ਼ੀ ਹੈ। ਭਾਈ ਉਦੋਂ ਦੀਆਂ ਅਖਬਾਰਾਂ ਕੱਢ ਕੇ ਵੇਖ ਲਓ, ਜੇ ਜੀਕੇ ਕਹਿੰਦਾ ਮੇਰੀ ਉਹਦੀ ਕੋਈ ਫੁਟੇਜ ਹੈਗੀ ਉਹ ਵੀ ਦੇ ਦੇਵੇ, ਅਖਬਾਰਾਂ ਨੂੰ ਕੱਢ ਕੇ ਵਿਖਾ ਦਿਓ। ਅੱਜ ਤੁਸੀਂ ਵੇਖੋ ਗੂਗਲ ਤੇ ਜਿਹੜਾ ਤੁਹਾਨੂੰ ਕਿਤਾਬਾਂ ਮਿਲ ਜਾਂਦੀਆਂ ਉਹ ਅਖਬਾਰਾਂ ਉਸ ਤੇ। ਬਿਲਕੁਲ ਬਿਲਕੁਲ, ਜਿਸ ਚ ਬਕਾਇਦਾ ਉੱਤੇ ਲਿਖਿਆ ਹੋਇਆ ਵਾ। ਤੇ ਜੇ ਇਹ ਬਹਾਨੇਬਾਜ਼ੀ ਕਰਨੀ ਹੈ ਤਾਂ ਜੋ ਮਰਜ਼ੀ ਕਰੀ ਜਾਓ ਤੁਸੀਂ। ਜੇ ਗਲਤੀ ਹੋਈ ਤੇ ਮਾਫੀ ਮੰਗਣ ਚ ਹਰਜ ਕੀ ਆ? ਮੰਗ ਲਓ, ਅਗਲਿਆਂ ਦੇ ਘਰ ਜਾ ਕੇ ਕੋ ਸਾਡੇ ਕੋਲ ਗਲਤੀ ਹੋਈ ਹੈ, ਕੋਈ ਗੱਲ ਨਹੀਂ, ਕੀ ਕਰਨਗੇ ਤੁਹਾਨੂੰ? ਘਰੋਂ ਤੋਂ ਬਾਹਰ ਨਹੀਂ ਕੱਢ ਦੇਣ ਲੱਗੇ। ਜੇ ਗਲਤੀ ਹੋਈ ਤਾਂ ਅਸੀਂ ਪੈਸੇ ਖਾ ਦੇ ਵੀ ਚੰਗੇ ਕੰਮ ਵਾਸਤੇ ਲਾਏ, ਲੇਕਿਨ ਉਹ ਕੰਮ ਨਹੀਂ ਕਰਨਾ। ਕਿਉਂ ਅਸੀਂ ਚਾਹੀਏ? ਉਹ ਤੇ ਗਰੀਬ ਆਦਮੀ, ਅਸੀਂ ਤਾਂ ਅਮੀਰ ਬੜੇ ਵੱਡੇ ਆ ਜੀ, ਸਾਡੇ ਤੇ ਫੰਡ ਬੜੀ ਉੱਚੀ, ਸਾਡੇ ਉੱਚੇ ਫਰਲੇ ਵਾਲੇ ਬੰਦੇ, ਅਸੀਂ ਗਰੀਬ ਦੇ ਘਰ ਕੋਲ ਜਾਈਏ। ਮਸਲਾ ਤੇ ਉੱਥੇ ਆ ਗਿਆ ਨਾ ਵੀ ਇਹ ਜਿਹੜੇ ਨੇ ਇਹਨਾਂ ਦੇ ਪੈਰ ਥੱਲੇ ਕੌਮੀ ਬਟੇਰਾ ਆ ਗਿਆ ਹਨਾ। ਇੱਕ ਤੇ ਬਟੇਰਾ ਹੁੰਦਾ, ਇਹ ਕੌਮੀ ਬਟੇਰੇ ਨੂੰ ਲੈ ਕੇ ਤੇ ਇਹ ਜਿਹੜੇ ਨੇ ਹੁਣ ਜਿਸ ਤਰੀਕੇ ਦੇ ਨਾਲ ਕਹੀਏ ਕਿ ਇਹਨਾਂ ਨੂੰ ਤੇ ਸਾਡੀਆਂ ਗਾਲਾਂ ਵੀ ਨਹੀਂ ਸੁਣਦੀਆਂ ਜਿਹੜੀਆਂ ਅਸੀਂ ਸੱਭਿਆਚਾਰਕ ਗਾਲਾਂ ਕੱਢਦੇ। ਕੱਲ ਤੈਨੂੰ ਕਿਹਾ ਬਾਈ ਤੂੰ ਆ ਕੇ ਟੀਵੀ ਤੇ ਕਹਿ ਦੇ, ਲਾਈਵ ਹੋ ਕੇ ਕਹਿ ਦੇ, ਚੱਲ ਮੈਨੂੰ ਹੀ ਸੰਬੋਧਨ ਹੋ ਕੇ ਕਹਿ ਦੇ, ਮੈਂ ਕੋਈ ਅਮਿਤਾਭ ਬੱਚਨ ਦਾ ਕੋਈ ਦੋਸ਼ੀ ਨਹੀਂ, ਤੂੰ ਏਦਾਂ ਹੀ ਕਹਿ ਦੇ ਬਈ ਚੱਲ ਬਈ ਤੁਸੀਂ ਤੁਹਾਨੂੰ ਕੱਲ ਵਾਸਤੇ ਕੱਲ ਕਿਹਾ ਸੀ ਨਾ, ਤੇ ਏਦਾਂ ਹੀ ਕਹਿ ਦੇ ਬਈ ਅਸੀਂ ਕਹਿੰਦੇ ਆ ਕਿ ਇਹਨੇ ਨਹੀਂ ਬੋਲਿਆ ਹਨਾ, ਇਹਨੇ ਉਸ ਵਕਤ ਇਹ ਲਫ਼ਜ਼ ਨਹੀਂ ਬੋਲੇ। ਮਨਜੀਤ ਸਿੰਘ ਜੀ ਕੇ ਵੀ ਆਪਣੇ ਕੋਲ ਰੱਖੇ ਆਪਣਾ ਪ੍ਰੂਫ। ਬਿਲਕੁਲ ਜੀ, ਬਿਲਕੁਲ। ਉਹਨੂੰ ਪ੍ਰਧਾਨਗੀ ਚਾਹੀਦੀ ਆ, ਉਹਨੂੰ ਪ੍ਰਧਾਨਗੀ ਦੇ ਦੇ। ਇਹਨੂੰ ਕਹੇ ਲਾਈਵ ਹੋ ਕੇ ਕਹਿ ਦੇ ਕਿ ਇਹਨੇ ਨਹੀਂ ਬੋਲਿਆ। ਉਦੋਂ 2 ਕਰੋੜ ਲਿਆ, 4 ਕਰੋੜ ਦੇਵਾਂਗੇ ਜੀ। 2 ਤੇਰੇ ਵਾਸਤੇ ਪਰਸਨਲ ਤੇਰੇ ਖਾਤੇ ਲਈ, ਤੇ 2 ਉਹਨੂੰ ਵਾਪਸ ਕਰਨ ਵਾਸਤੇ। ਲਾਈਵ ਹੋ ਕੇ ਕਹਿ ਦੇ ਇੱਕ ਵਾਰੀ ਕਿ ਮੈਂ ਮਨਜਿੰਦਰ ਸਿੰਘ ਸਿਰਸਾ ਸਨ ਆਫ ਫਲਾਂ 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 ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਿੱਲੀ ਦਾ ਪ੍ਰਧਾਨ, ਜਾਂ ਇੰਜ ਕਹਿ ਲਓ ਕਿ ABC ਗਰੁੱਪ ਦਾ ਮੈਂਬਰ, ਸ਼੍ਰੋਮਣੀ ਅਕਾਲੀ ਦਲ ਬਾਦਲ ਦਾ ਹੈ ਜਾਂ ਨਹੀਂ ਹੈ, ਜਾਂ ਕੁਝ ਵੀ, ਮੈਂ ਇਹ ਕਹਿਣਾ ਗੁਰੂ ਮਹਾਰਾਜ ਦੀ ਹਾਜ਼ਰੀ ਦੇ ਵਿੱਚ ਕਿ ਇਸ ਅਮਿਤਾਭ ਬੱਚਨ ਨੇ ਸਿੱਖਾਂ ਬਾਰੇ 1984 ਦੇ ਵਿੱਚ ਲਫ਼ਜ਼ ਨਹੀਂ ਬੋਲੇ ਸਨ। ਸਿਰਸਾ ਸਾਹਿਬ 2 ਕਰੋੜ ਤੁਹਾਡੇ ਖਾਤੇ 'ਚ ਤੇ 2 ਕਰੋੜ ਅਮਿਤਾਭ ਬੱਚਨ ਦੇ ਜਿਹੜੇ ਆਏ ਨੇ ਉਹ ਤੁਸੀਂ ਵਾਪਸ ਭੇਜ ਦਿਓ। ਹੋਰ ਦੱਸੋ, ਆ ਭੇਜ ਦਿਓ ਕਟਿੰਗ। ਇਹਦੇ ਕੋਲ ਲੋਕੀ ਤੇ ਹੱਥਾਂ ਤੇ ਥੁੱਕੀ ਫਿਰਦੇ ਨੇ ਇੱਥੇ,
ਜੇ ਅਸੀਂ 45 ਮਿੰਟ ਦੇ ਵਿੱਚ ਛੱਟੀ ਸਿੰਘਪੁਰਾ ਵਾਸਤੇ 86 ਹਜ਼ਾਰ ਰੁਪਇਆ 2000 ਦੇ ਵਿੱਚ ਇਕੱਠਾ ਕਰ ਸਕਦੇ ਆ ਨਾ, ਤੇ 2 ਕਰੋੜ ਕੋਈ ਬਹੁਤੀ ਵੱਡੀ ਗੱਲ ਨਹੀਂ, ਜਾਂ 4 ਕਰੋੜ ਕੋਈ ਵੱਡੀ ਗੱਲ ਨਹੀਂ। ਕੌਮ ਦਾ ਤੁਸੀਂ ਮੁੱਲ ਵਟਿਆ ਹੈ। ਹਰ ਸਾਲ 30 ਤੋਂ ਉੱਤੇ ਵਰੇ ਹੋ ਗਏ ਨੇ, ਚੋਣਾਂ ਚਾਹੇ ਪੰਜਾਬ ਦੀਆਂ ਹੁੰਦੀਆਂ ਨੇ, ਚਾਹੇ ਦਿੱਲੀ ਦੀਆਂ ਹੁੰਦੀਆਂ ਨੇ, ਚਾਹੇ ਕਿਸੇ ਸੂਬੇ ਦੀਆਂ ਹੁੰਦੀਆਂ ਨੇ, ਚਾਹੇ ਫੈਡਰਲ ਹੋਣ ਜਾਂ ਪ੍ਰੋਵਿੰਸ਼ਲ ਹੋਣ, ਤੁਸੀਂ 9 ਜਿਹੜੇ ਤਿੱਖੇ ਕਰ ਕਰਕੇ ਉਹਨਾਂ ਦੇ ਜ਼ਖਮਾਂ ਨੂੰ ਛਿੱਲਦੇ ਹੋ। ਬਸ਼ਰਮੋ, ਸ਼ਰਮ ਨਹੀਂ ਆਉਂਦੀ ਤੁਹਾਨੂੰ? ਕਿਤੇ ਜਾ ਕੇ ਉਹਦਾ ਦੇ ਕੋਈ ਬੈਠੋ ਤਾਂ ਸਹੀ। ਉਹੀ ਗੱਲ ਤੁਸੀਂ ਕਹਿਤੀ ਨਾ ਵੀ ਗਰੀਬ ਸਿੱਖ ਜਿਹੜੇ ਉੱਥੇ ਲਤਾੜੇ ਗਏ, ਤੇ ਇਹਨਾਂ ਦੀ ਵਾਹ ਵਾਲੀ ਕਿਸੇ ਨੇ ਵੇਖਿਆ? ਪਰ ਨਹੀਂ, ਉੱਥੇ ਕੱਲ ਤੁਸੀਂ ਬੜੇ ਵੱਡੇ ਉਹਨਾਂ ਸੂਰਬੀਰਾਂ ਦੀ ਗੱਲ ਕੀਤੀ ਸੀ ਜਿਨ੍ਹਾਂ ਨੇ ਬੰਗਲਾਦੇਸ਼ ਵਰਗੇ ਦੇਸ਼ ਆਜ਼ਾਦ ਕਰਾ ਕੇ ਦਿੱਤੇ, ਤੇ ਜਿਨ੍ਹਾਂ ਨੇ ਉੱਥੇ ਵਕਤ ਗੋਲੀਆਂ ਵੀ ਲਵਾਈਆਂ ਸੀਗੀਆਂ। ਉਹਨਾਂ ਜਰਨੈਲਾਂ ਦੇ ਘਰਾਂ ਤੱਕ ਵੀ ਪਹੁੰਚੇ ਉਹਨਾਂ ਤੇ। ਵੈਸੇ ਮੈਂ ਤੁਹਾਡੀ ਗੱਲ ਨਾਲ, ਚਲੋ ਹੋ ਸਕਦਾ ਕਿ ਉਹ ਵੱਡਿਆਂ ਪੌਲਿਸ਼ ਕਲੋਨੀਆਂ ਦੇ ਵਿੱਚ ਰਹਿੰਦੇ ਸਨ, ਉਸ ਵਕਤ ਇਹਨਾਂ ਦੀ ਪਹਿਚਾਣ ਨਹੀਂ ਹੋ ਸਕੀ ਜਾਂ ਲਿਸਟਾਂ ਨਹੀਂ ਵੰਡੀਆਂ ਜਾ ਸਕੀਆਂ, ਉਧਰ ਗਏ ਨਹੀਂ। ਕੁਝ ਇਲਾਕੇ ਹੀ ਜਿਹੜੇ ਉਹਨਾਂ ਨੇ ਸਿਲੈਕਟ ਕਰ ਲਏ ਵੀ ਚਲੋ ਇੱਧਰ ਜ਼ਿਆਦਾ ਹੱਲਾ ਬੋਲ ਦਿਓ ਹੈ ਨਾ। ਵੈਸੇ ਤਾਂ ਪਹਿਲਾ ਹੱਲਾ ਜਿਹੜਾ ਉਹ ਭਾਰਤ ਦੇ ਰਾਸ਼ਟਰਪਤੀ ਦੀ ਜਿਹੜੀ ਹੈ ਆਕਾਰ ਦੇ ਉੱਤੇ ਜਿਹੜਾ ਹੋਇਆ ਏਮਸ ਦੇ ਵਿੱਚ। ਮੈਂ ਨਹੀਂ ਕਹਿੰਦਾ, ਕਿਤਾਬਾਂ ਪੜ੍ਹ ਲਓ ਤੁਸੀਂ, ਮਨੋਜ ਮਿੰਟਾ ਦੀ, ਜਦੋਂ ਇੱਕ ਦਰਖਤ ਨੇ ਦਿੱਲੀ ਹਿਲਾਈ, ਜਦੋਂ ਇਹਨਾਂ ਨੇ 500 ਰੁਪਈਆ ਸਿੱਖਾਂ ਦੇ ਮੁੱਲ ਪਾਏ ਨੇ, ਪੰਨੇ ਮੋੜੇ ਪਏ ਨੇ, ਪੰਨਾ ਨੰਬਰ ਚਾਹੀਦਾ ਦੱਸ ਦੇਣੇ, ਕਿਤਾਬ ਹੀ ਦੇ ਦਾਂਗੇ, ਭਾਰਤ 'ਚ ਹੀ ਛਪੀ ਹੈ, ਭਾਰਤ ਦਾ ਹੀ ਪਬਲਿਸ਼ ਹੈ। ਜੇ ਇਹਨਾਂ ਨੇ ਨਹੀਂ ਪੜ੍ਹੀ ਤਾਂ ਪੜ੍ਹਨ ਨੂੰ ਦੇ ਦਾਂਗੇ ਇਹਨੂੰ। ਹੋਰ ਦੱਸੋ ਕੀ ਚਾਹੀਦਾ? ਲੋਕਾਂ ਦੇ ਅਨੇਕਾਂ ਫੋਨ ਆਏ ਨੇ, ਹੁਣ ਲਾਈਨ ਖੋਲ ਦਈਏ ਤੇ ਲਾਈਨ ਟੁੱਟਣੀ ਨਹੀਂ, ਚਾਹੇ ਸਾਰੀ ਰਾਤ ਲਾਈਨ ਲਈ ਚੱਲੀਏ। ਲੋਕ ਇੰਨੇ ਉਤਾਵਲੇ ਨੇ। ਇਕੱਲਾ ਕਿਤੇ ਇੱਕ ਨੇ ਪਾਇਆ ਵਾ, ਉਹ ਕਹਿੰਦਾ ਕਿ ਮੈਂ ਤੇ ਕੇਸ ਕੀਤਾ, ਤੁਸੀਂ ਮੇਰੀ ਉਦੋਂ ਵੀ ਨਹੀਂ ਚੱਲਣ ਦਿੱਤੀ, ਨਾ ਵਿਸਰ ਗਿਆ ਮੈਨੂੰ, ਸ਼ਾਇਦ ਹੁਣੇ ਯਾਦ ਆ ਜਾਏ। ਕਹਿੰਦਾ ਤੁਸੀਂ ਮੇਰੀ ਉਦੋਂ ਵੀ ਨਹੀਂ ਚੱਲਣ ਦਿੱਤੀ, ਫਿਰ ਮੈਂ ਤੁਹਾਨੂੰ ਚੈਲੰਜ ਕਰਦਾ ਕਿ ਮੈਂ ਇਹਦੇ ਖਿਲਾਫ ਕੇਸ ਪਾਇਆ ਸੀ, ਇਹਨੂੰ ਕਿ ਮੇਰੇ ਖਿਲਾਫ ਕੇਸ ਪਾਵੇ ਅਮਿਤਾਭ ਬੱਚਨ। ਉਹ ਇਹ ਗੱਲ ਕਹਿੰਦਾ। ਬਿਲਕੁਲ ਠੀਕ ਹੈ। ਉਹਨੇ ਇਹਨਾਂ ਨੂੰ ਲਾਂਤਾਂ ਦਾ ਟੋਕਰਾ ਭੇਜਿਆ ਵਾ ਲਿਖਤੀ ਰੂਪ ਦੇ ਵਿੱਚ। ਜੋ ਕੁਝ ਲਿਖਿਆ ਸਾਰਾ ਪੜ੍ਹ ਨਹੀਂ ਸਕਦੇ, ਇਹਨਾਂ ਤਿੱਖਾ ਲਿਖਿਆ ਉਹਨੇ। ਦਿਓ ਜਵਾਬ, ਠੋਕੋ ਕੇਸ ਉੱਤੇ। ਅਸੀਂ ਤਾਂ ਕਹਿੰਦੇ ਤੁਸੀਂ ਗੁਰੂ ਮਹਾਰਾਜ ਦੀ ਹਜ਼ੂਰੀ 'ਚ ਆਹ ਬੋਲ ਦਿਓ, ਤੁਹਾਨੂੰ 2 ਦੀ ਬਜਾਏ 4 ਕਰੋੜ ਮਿਲ ਜਾਏਗਾ। ਹੋਰ ਦੱਸੋ? ਪਰ ਉਹ ਵੀ ਵੇਖੋ ਕਿੱਡਾ ਸ਼ਾਤਰਾ, ਉਹਨੂੰ ਹੋਰ ਧਾਰਮਿਕ ਸੰਸਥਾਵਾਂ ਨਹੀਂ ਦੇਖਦੀਆਂ, ਹੋਰ ਉਹਨੂੰ ਚੈਰਿਟੀਆਂ ਨਹੀਂ ਦੇਖਦੀਆਂ। ਆਉਣ ਵਾਲਾ ਇਤਿਹਾਸ ਉਹ ਆਪਣੇ ਆਪ ਲਈ ਲਿਖਾ ਰਿਹਾ ਵਾ ਵੀ ਇਸ ਤੇ ਐਲੀਗੇਸ਼ਨ ਲੱਗੇ ਸੀ, ਪਰ ਸਿੱਖਾਂ ਨੇ ਇਹਦੇ ਕੋਲੋਂ ਪੈਸੇ ਵੀ ਲਏ ਸੀ। ਦਿੱਲੀ ਦੇ ਵਿੱਚ ਹੀ ਦਿੱਲੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸਾਡੇ ਪਰਿਵਾਰ ਨੇ ਪੈਸੇ ਦਿੱਤੇ ਸੀ। ਕੀ ਤੁਸੀਂ ਮਹਿਸੂਸ ਕਰਦੇ ਹੋ ਕਿ ਕਿੰਨੀ ਸ਼ਾਤਰਪੁਣਾ ਉਹਦੇ ਵਿੱਚ ਵੀ? ਇਧਰਲੇ ਪਾਸੇ ਕਿਸੇ ਨੇ ਸੋਚਿਆ ਹੀ ਨਹੀਂ। ਉਹਨਾਂ ਨੇ ਇੱਕ ਹੋਰ ਬਲੀ ਲਈ ਹੈ ਜੀ, ਅਮਿਤਾਭ ਬੱਚਨ ਨੇ ਇੱਕ ਹੋਰ ਬਲੀ ਲਈ ਹੈ। ਉਹ ਕਹਿੰਦਾ ਜੀ ਮੇਰੀਆਂ ਰਗਾਂ ਦੇ ਵਿੱਚ ਵੀ ਸਿੱਖੀ ਦਾ ਖੂਨ ਦੌੜਦਾ। ਉਹ ਕਹਿੰਦਾ ਜਿਹੜੇ ਮੇਰੇ ਨਾਨਕੇ ਸੀ, ਮੇਰਾ ਨਾਨਾ ਖਜ਼ਾਨ ਸਿੰਘ ਸੂਰੀ ਉਹ ਸਿੱਖ ਸੀਗਾ, ਖੱਤਰੀ ਸਿੱਖ ਸੀ। ਮੇਰੀ ਨਾਨੀ ਅਮਰ ਕੌਰ ਸੋਢੀ ਜਿਹੜੀ ਉਹ ਖੱਤਰੀ ਸਿੱਖ ਸੀ। ਮੇਰੀ ਮਾਂ ਤੇਜਵੰਤ ਕੌਰ ਜਿਹੜੀ ਸੀ ਉਹ ਖੱਤਰੀ ਸੀ, ਉਹ ਸਿੱਖ ਸੀ। ਉਹ ਬਰਿਸਟਰ ਸਿੰਘ ਜਿਹੜੇ ਟਾਈਮ ਦੇ ਅਮੀਰ ਖਾਨਦਾਨ ਦੇ ਵਿੱਚੋਂ ਸੀ। ਮੁੜ ਕੇ ਜਿਹੜਾ ਹਰੀਵੰਸ਼ ਜਿਹੜਾ ਡਾਕਟਰ ਮਹਾਨ ਕਵੀ ਜਿਹੜਾ ਹਰੀਵੰਸ਼ ਰਾਏ ਦਾ ਤਾਂ ਹੈਗਾ ਵਾ ਆਪਣੇ ਨਾਲ ਨਕਲੀ ਦੇ ਫਾਦਰ ਦਾ, ਆਪਣੇ ਦਾ ਅਮਿਤਾਭ ਬੱਚਨ ਦਾ, ਉਹਨਾਂ ਸ਼ਾਦੀ ਉਹਦੀ ਦੂਸਰੀ ਸ਼ਾਦੀ ਹੁੰਦੀ। ਉਹ ਇੰਨੀ ਤੇਜ਼ ਤਰ੍ਹਾਂ ਲੜਕੀ ਮਿਲੀ ਸੀ ਤਾਂ ਮੁੜ ਕੇ ਉਹਨੇ ਆਪਣਾ ਨਾਂ ਤੇਜੀ ਰੱਖਿਆ, ਤੇਜੀ ਬੱਚਨ। ਉਹ ਕਹਿੰਦਾ ਮੇਰੀ ਮਾਂ ਦੇ ਜਿਹੜੇ ਮੇਰੇ ਸੰਸਕਾਰ ਭਰੇ ਸੀ ਵੀ ਨਹੀਂ, ਗੁਰੂ ਘਰ ਦੇ ਵਿੱਚ ਲੰਗਰਾਂ ਵਾਸਤੇ ਜਿਹੜਾ ਵਾ ਸਾਨੂੰ ਉੱਥੇ ਆਪਣੀ ਹੱਕ ਨਾਲ ਦੀ ਕਮੀ ਦਸਵੰਧ ਦੇਣਾ ਚਾਹੀਦਾ। ਮੈਂ ਉਹਦੇ ਕਰਕੇ ਜਿਹੜੇ ਸੀ ਇਸ ਔਖੀ ਸਮੇਂ ਦੇ ਸਿਲੰਡਰਾਂ ਵਾਸਤੇ ਤੇ ਲੰਗਰਾਂ ਵਾਸਤੇ ਜਿਹੜਾ 2 ਕਰੋੜ ਤੇ ਦਿੱਤਾ। ਮੈਂ ਮੁੱਕਦਾ ਨਹੀਂ ਇਸ ਗੱਲ ਤੋਂ, ਲੇਕਿਨ ਮੇਰੇ ਵਿੱਚ ਅੱਜ ਵੀ ਜਿਹੜਾ ਸਿੱਖੀ ਦਾ ਖੂਨ ਦੌੜਦਾ। ਮੇਰਾ ਨਾਨਕਾ ਪਰਿਵਾਰ ਸਿੱਖੀ ਸੀਗਾ ਤੇ ਮੈਂ ਦੱਸੋ ਗੁਨਾਹ ਕੀ ਕੀਤਾ? ਇਹ ਗੁਨਾਹ ਇੱਕੋ ਹੀ ਆ ਜਿਹੜਾ ਤੂੰ ਕੀਤਾ ਉਸ ਤੇ ਕਿਹਾ ਵਾ, ਉਹਦਾ ਜਵਾਬ ਦੇ ਦੇ, ਸਿੱਖ ਮੰਨ ਜਾਣਗੇ। ਠੀਕ ਹੈ, ਤੂੰ ਬਿਲਕੁਲ ਸਹੀ ਹੈ। ਬਿਲਕੁਲ ਗੱਲ ਇਹ ਹੈ ਕਿ ਉਸ ਵਕਤ ਚਲੋ ਜੋ ਹੋਇਆ, ਜਿਨ੍ਹਾਂ ਨੇ ਮਾਰਿਆ ਉਹਨਾਂ ਨੂੰ ਤਾਂ ਸਜ਼ਾ ਮਿਲ ਗਈ, ਪਰ ਉਸ ਵਕਤ ਤੇਜੀ ਬੱਚਨ ਦੇ ਨਾਲ
ਇੱਕ ਮਾਂ ਹੋਰ ਵੀ ਸੀ ਨਾ ਤੇਰੀ ਜਿਹੜੀ ਬਾਰੇ ਤੂੰ ਇੰਨਾ ਬੋਲਿਆ, ਉਹ ਬਿਲਕੁਲ ਬਿਲਕੁਲ ਬੋਲੇ। ਉਹ ਬੋਲਿਆ ਜਾਂ ਨਹੀਂ ਬੋਲਿਆ, ਕਹਿ ਦੇ ਮੈਂ ਨਹੀਂ ਬੋਲਿਆ। ਜਿਨ੍ਹਾਂ ਨੇ ਸੁਣਿਆ ਉਹਨਾਂ ਨੂੰ ਤਾਂ ਯਾਦ ਆ, ਜਿਨ੍ਹਾਂ ਨੇ ਵੇਖਿਆ ਉਹਨਾਂ ਨੂੰ ਯਾਦ ਆ, ਕਈਆਂ ਕੋਲ ਪ੍ਰੂਫ ਵੀ ਹੈਗੇ ਆ, ਹਨਾ। ਗਲਤੀ ਹੈ ਕਿ ਸਿੱਖਾਂ ਦੇ ਵਿੱਚ ਕੀ ਗਦਾਰ ਨਹੀਂ ਹੈਗੇ, ਜੇ ਸਿੱਖਾਂ ਦੇ ਵਿੱਚ ਕੋਈ ਗੰਦਾ ਖੂਨ ਨਹੀਂ ਹੈਗਾ। ਗੱਲ ਤੇ ਇਹ ਵੀ ਆ ਨਾ। ਬਿਲਕੁਲ। ਦਰਬਾਰ ਸਾਹਿਬ ਤੇ ਅਟੈਕ ਕਰਨ ਵਾਲਾ ਕੁਲਦੀਪ ਬਰਾੜ ਕੌਣ ਸੀ? ਉਹ ਸਿੱਖ ਪਰਿਵਾਰ ਕੇ ਸੀ। ਫਿਰ ਹੋਰ ਕਿੰਨੇ ਸਿੱਖ ਸਨ? ਮਸਲਾ ਇਹ ਨਹੀਂ ਆ, ਮਸਲਾ ਗਦਾਰੀ ਦਾ ਹੈ। ਮਸਲਾ ਇਹ ਆ ਤੇਰੇ ਉਸ ਵਕਤ ਦੇ ਬੋਲੇ ਹੋਏ ਬੋਲਾਂ ਦਾ, ਭਾਈ ਬੋਲਾਂ ਦਾ। ਤੇਰੇ ਉਸ ਵਕਤ ਬੋਲਾਂ ਦਾ। ਜੇ ਔਰੰਗਜ਼ੇਬ ਦੀ ਪੋਤ ਨੂੰ ਆ ਸਕਦੀ ਹੈ ਇੱਥੇ ਮਾਫੀ ਮੰਗਣ ਵਾਸਤੇ, ਤੇ ਤੇਰੇ ਕੋਲ ਵੀ ਮਾਫੀ ਮੰਗਣ ਲਈ ਦੋ ਹੀ ਲਫ਼ਜ਼ ਨੇ, ਸਿੱਧੇ ਲਫ਼ਜ਼ਾਂ 'ਚ ਮੰਗ ਲਾ, ਲਾਈਵ ਹੋ ਕੇ ਵੀ ਚਲੋ ਜੇ ਮੈਂ ਬੋਲਿਆ ਵੀ ਮੈਨੂੰ ਪਤਾ ਨਹੀਂ ਭਾਵਕ ਹੋ ਕੇ, ਇਹ ਤਾਂ ਫਿਰ ਵੱਡਾ ਦਾਰ ਹੈ, ਤੇ ਫਿਰ ਵੀ ਮਾਫੀ ਮੰਗ ਜਾਂਦੀ, ਮਿਲ ਜਾਂਦੀ। ਇੰਨਾ ਕੁਝ ਗਵਾ ਕੇ ਵੀ ਮਿਲ ਜਾਣੀ ਆ। ਇਤਿਹਾਸ ਬੜਾ ਕੁਝ ਇਤਿਹਾਸ ਦੇ ਵਿੱਚ। ਪੱਟੀ ਸਾਹਿਬ ਲਾਈਨ ਲੈ ਲਈਏ। ਇੱਕ ਮੇਰੇ ਨਾਲ ਇੱਕ ਸਵਾਲ ਹੋਰ ਹੈ, ਆਪਾਂ ਮਤਲਬ AB ਜਾਂ B ਬਲੱਡ, ਹੁਣ ਭਈ ਉਹਨਾਂ ਵਾਸਤੇ ਖਬਰ ਹੈ, AB ਜਾਂ B ਬਲੱਡ ਗਰੁੱਪ ਤੁਹਾਡਾ ਕਿਹੜਾ ਗਰੁੱਪ ਹੈ ਉਹ ਖਿਆਲ ਕਰੋ। AB ਜਾਂ B ਬਲੱਡ ਗਰੁੱਪ ਉਹਨਾਂ ਵਾਸਤੇ ਖਬਰ ਹੈ, ਪਰੰਤੂ ਕਾਲਰ ਨੇ ਕੀ ਕਹਿਣਾ ਚਾਹੁੰਦੇ ਨੇ ਦੇਖਦੇ। ਵੈਲਕਮ ਜੀ। ਉਹ ਖਿਆਲ ਕਰੋ AB ਜਾਂ B ਬਲੱਡ ਗਰੁੱਪ ਉਹਨਾਂ ਵਾਸਤੇ ਖਬਰ ਹੈ, ਪਰੰਤੂ ਕਾਲਰ ਨੇ ਚਲੇ ਗਏ। ਹਾਂਜੀ, AB ਜਾਂ B ਬਲੱਡ ਗਰੁੱਪ ਵਾਲੇ ਲੋਕਾਂ ਨੂੰ ਕਰੋਨਾ ਮਹਾਮਾਰੀ ਦੌਰਾਨ ਬਹੁਤ ਜ਼ਿਆਦਾ ਸੰਭਲ ਕੇ ਰਹਿਣ ਦੀ ਲੋੜ ਹੈ। ਉਸ ਤੋਂ ਪਹਿਲਾਂ ਸਰਸਾ ਵਾਲੀ ਵਾਈਂਡ ਅਪ ਕਰ ਲਈਏ। ਆ ਦੇਖੋ, ਪਹਿਲਾਂ ਤਾਂ ਗੱਲ ਲੱਗੀ ਹੈ, ਸਾਨੂੰ ਪਤਾ ਹੈਗਾ ਲੋਕ ਏਦਾਂ ਹੀ ਕਰਦੇ ਹੈਗੇ। ਉਸ ਸਮੇਂ ਤੇ ਨਹੀਂ ਕੋਈ ਪੈਸਾ ਪੂਹਾ ਦਿੱਤਾ ਇਹਨਾਂ ਨੇ? ਕੋਈ ਨਹੀਂ, ਉਸ ਟਾਈਮ ਨਹੀਂ, ਉਹਨਾਂ ਨੇ ਲਿਆ ਨਹੀਂ, ਉਸ ਟਾਈਮ ਤੇ ਪੈਸਾ ਨਹੀਂ। ਉਹਨਾਂ ਨੇ ਭਾਨੂੰ ਪ੍ਰਤਾਪ ਨੂੰ ਏਸੀ ਕਮਰਾ ਦਿੱਤਾ ਸੀ ਨਾ ਗੁਰੂ ਗ੍ਰੰਥ ਸਾਹਿਬ ਸਰਲ ਭਾਸ਼ਾ ਦੇ ਵਿੱਚ, ਉਹਨਾਂ ਦੇ ਜਿਹੜੇ ਉਹ ਅੰਗ ਛੇੜਨ ਵਾਸਤੇ। ਘੱਟ ਕਿਸੇ ਨੇ ਵੀ ਨਹੀਂ ਕੀਤੀ। ਜੀ ਜੀ ਜੀ, ਘੱਟ ਕਿਸੇ ਨੇ ਵੀ ਨਹੀਂ ਕੀਤੀ। ਉਹਨਾਂ ਦਾ ਕੋਈ ਬਿਆਨ ਆਇਆ ਹੋਵੇ? ਨਿਖਿਲ ਜੀ ਕੀਤੀ ਜੀ, ਆ ਕੇ ਸੱਚਾ ਏਕਲ ਦੀ ਮਾਫੀ ਮੰਗੇ, ਦੱਸਿਆ ਕਿ ਕਿਉਂ ਪੈਸੇ ਲੈ ਜੀ। ਉਹਨਾਂ ਨੇ ਕਿਹਾ, ਉਹਨਾਂ ਨੂੰ ਬਿਆਨ ਛਪਿਆ ਅੱਜ। ਪਰਮਜੀਤ ਸਿੰਘ ਸਰਨੇ ਨੇ ਵੀ ਇੰਨੀ ਗੱਲ ਕਹੀ ਆ ਵੀ ਇਹ ਜੋ ਕੀਤਾ ਇਹਨੇ ਗਲਤ ਕੀਤਾ, ਸਾਡੇ ਨਿਯਮਾਂ ਦੇ ਖਿਲਾਫ, ਸਾਡੀ ਸਿਧਾਂਤ ਦੇ ਖਿਲਾਫ, ਸਾਡੀ ਮਰਿਆਦਾ ਦੇ ਖਿਲਾਫ ਕੀਤਾ। ਚਲੋ, ਤੇ ਪਰਮਜੀਤ ਸਿੰਘ ਸਰਨਾ ਨੂੰ ਇਹ ਨਹੀਂ ਯਾਦ ਵੀ ਸੁਲਦਾ ਸਾਹਿਬ ਦੇ ਵੀ ਜਦੋਂ ਆਪਣੇ ਉਹ ਲਖਵਿੰਦਰ 2007 ਦੇ ਵਿੱਚ ਪੋਸ਼ਾਕ ਪਾਈ ਸੀ ਗੁਰੂ ਸਾਹਿਬ ਵਰਗੀ, ਉਦੋਂ ਵੀ ਲੈਣ ਦੇਣ ਹੋਇਆ ਸੀਗਾ। ਵੱਡਾ ਮੋਟਾ ਲੈਣ ਦੇਣ ਹੋਇਆ ਸੀਗਾ। ਉਹਨੂੰ ਮਾਫੀ ਵੀ ਦਿੱਤੀ ਗਈ ਸੀ, ਉਹਦਾ ਕੇਸ ਹੀ ਵਾਪਸ ਲਿਆ ਕੇ। ਕਿਹੜੇ ਕਿਹੜੇ ਇਹਨਾਂ ਨੇ ਕੰਮ ਗਲਤ ਨਹੀਂ ਕੀਤੇ ਬਾਦਲ ਕਰੀਏ। ਚਲੋ ਆਪਾਂ ਅਗਲੀ ਕਾਲ ਲੈ ਲਈਏ। ਹੈਲੋ ਜੀ, ਹਾਂ ਵੀਰ ਜੀ, ਸਤਿ ਸ਼੍ਰੀ ਅਕਾਲ ਦੋਨਾਂ ਵੀਰਾਂ ਨੂੰ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ। ਆਪਣੇ ਵੀਰ ਜੀ ਨੂੰ ਪਤਾ ਹੋਣਾ ਹੈ, ਜਦੋਂ ਆਪਣੇ ਦਿੱਲੀ ਵਾਲੇ ਉਹ ਸਰਦਾਰ ਜੀ ਕੀ ਨਾਂ ਲਿਆ ਸੀ ਉਹਨਾਂ ਦਾ, ਹੁਣੀ ਉਹ ਲੈ ਕੇ ਚੱਲੇ ਸੀਗੇ ਪਾਕਿਸਤਾਨ ਨੂੰ, ਆਪਣੀ ਬਣਾਈ ਸੀ ਪਰਮਜੀਤ ਸਰਨਾ ਹੋਈ ਜੀ, ਸਰਨਾ ਜੀ। ਹਾਂਜੀ ਹਾਂਜੀ, ਸਰਨਾ ਜੀ ਜੀ ਜੀ, ਹਾਂਜੀ। ਤੇ ਉਹ ਆਪਣੇ ਉੱਥੇ ਪਾਕਿਸਤਾਨ ਜਾ ਰਹੇ ਸੀ ਨਾ, ਜਦੋਂ ਗੁਰੂ ਧਾਮ ਸੋਨੇ ਦੀ ਪਾਲਕੀ ਲੈ ਕੇ ਉਹਦਾ ਰੌਲਾ ਪੈ ਗਿਆ ਸੀ ਬਾਅਦ ਚ। ਹਾਂਜੀ, ਸੋਨੇ ਦੀ ਪਾਲਕੀ ਦਾ। ਹਾਂ, ਤੇ ਇਹਨੇ ਫਿਰ ਬਾਅਦ ਦੇ ਵਿੱਚ ਇਹਨੇ ਇਹ ਸ਼ਰਤ ਰੱਖੀ ਸੀਗੀ ਕਿ ਮੈਨੂੰ ਵੀ ਨਾਲ ਲੈ ਜਾਓ, ਪਰ ਮੇਰਾ ਗੋਲਕ ਤੇ ਮੇਰਾ ਹੱਥ ਹੋਣਾ ਚਾਹੀਦਾ। ਇਹਦਾ ਇਹਨਾਂ ਗਿਰਿਆ ਹੋਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੱਟੀ ਸਾਹਿਬ ਕੀ ਕਹਿਣਾ? ਮੈਂ ਤੁਹਾਨੂੰ ਸਪਸ਼ਟ ਕਰ ਰਿਹਾ ਜੀ, ਉਹ ਕਹਾਣੀ ਇਹ ਨਹੀਂ ਸੀ ਹੈਗੀ। ਮਨਜਿੰਦਰ ਸਿੰਘ ਸਿਰਸੇ ਨੇ ਵੀ ਅਨਾਉਂਸ ਕਰਦਾ ਸੀ ਕਿ ਮੈਂ ਵੀ 29 ਤਰੀਕ ਨੂੰ ਲੈ ਕੇ ਜਾਊਂਗਾ ਪਾਲਕੀ, ਵੀ ਸਰਨਿਆਂ ਤੋਂ 2 ਦਿਨ ਪਹਿਲਾਂ ਮੈਂ ਲੈ ਕੇ ਜਾਊਂਗਾ। ਇਹਨੇ ਲੋਕਾਂ ਨੂੰ ਗੁੰਮਰਾਹ ਕੀਤਾ, ਲੋਕਾਂ ਕੋਲ ਪੈਸਾ ਵੀ ਇਕੱਠਾ ਕੀਤਾ, ਸੋਨਾ ਵੀ ਇਕੱਠਾ ਕੀਤਾ, ਸਭ ਕੁਝ ਕੀਤਾ, ਕਰ ਗਿਆ ਸੀ। ਤੇ ਇਹ ਡਰ ਗਿਆ, ਮੁੜ ਕੇ ਖੜੀ ਨਹੀਂ ਸੀ। ਇਹਨੂੰ ਅੰਦਰ ਮੈਨੂੰ ਪਰਮਿਸ਼ਨ ਨਹੀਂ ਮਿਲੀ ਜੀ। ਮੁੜ ਕੇ ਜਹੇਦਾਰ ਕਾਲ ਤਖਤ ਨੂੰ ਵਰਤਣਾ ਚਾਹੁੰਦਾ ਸੀ। ਉਹ ਕਹਿੰਦਾ ਸੀ ਵੇਖੋ 3 ਕੰਮ ਨੇ, ਪਾਲਕੀ ਵੀ ਸਾਡੀ ਹੋਵੇ, ਸਰਨੇ ਸਾਡੇ ਨਾਲ ਜਾਣ, ਗੱਡੀ ਵੀ ਸਾਡੀ ਹੋਵੇ, ਤੇ ਗੋਲਕ ਵੀ ਸਾਡੀ ਹੋਵੇ। ਪਰਮਜੀਤ ਸਿੰਘ ਸਰਨੇ ਨੇ ਉਸ ਟਾਈਮ ਤੇ ਕਿਹਾ ਸੀ ਸਾਡੀ ਪਾਲਕੀ ਬਣ ਕੇ ਤਿਆਰ ਹੋ ਚੁੱਕੀ ਹੈ, ਗੱਡੀ ਵੀ ਸਾਡੀ ਤਿਆਰ ਆ,
ਜਿਹੜੀ ਗੋਲਕ ਦੀ ਗੱਲ ਕਹਿੰਦੇ ਗੋਲਕ ਦੇ ਜੋ ਤੁਸੀਂ ਦਿੱਲੀ ਕਮੇਟੀ ਵਾਲਿਆਂ ਨੂੰ ਸਰ, ਉਹ ਕਹਿੰਦੇ ਬਿਲਕੁਲ ਨਹੀਂ। ਪਾਕਿਸਤਾਨ ਦੇ ਗੁਰਦੁਆਰਿਆਂ ਦੀ ਸੇਵਾ ਸੰਭਾਲ ਚੱਲਦੀ ਹੈ। ਬਾਬਾ ਜਗਤਾਰ ਸਿੰਘ ਹੋਰੀ ਕਰਦੇ, ਅਸੀਂ ਪਿਛਲੀ ਵਾਰ ਵੀ ਗੋਲਕ ਉਹਨਾਂ ਨੂੰ ਦਿੱਤੀ ਤੇ ਐਤਕੀ ਵੀ ਉਹਨਾਂ ਨੂੰ ਗੋਲਕ ਦੇਣੀ, ਕਿਉਂਕਿ ਜਿਹੜੀ ਗੱਡੀ ਆ ਉਹਨਾਂ ਬਣਾਈ ਆ, ਪਾਲਕੀ ਨੇ ਬਣਾਈ। ਚਲੋ ਇਹ ਇਸ ਕਰਕੇ ਨਹੀਂ ਜਾ ਸਕੇ, ਇਹਨਾਂ ਨੇ ਕੋਸ਼ਿਸ਼ ਕੀਤੀ ਗੋਲਕ ਹੀ ਸਾਨੂੰ ਦੇ ਦਿਓ, ਵੱਡੀ ਕੋਸ਼ਿਸ਼, ਇਹਨਾਂ ਦਾ ਕੰਮ ਗੋਲਕ ਤੱਕ ਸੀਮਤ ਆ, ਗਾ ਨਹੀਂ। ਮਸਲਾ ਹੀ ਸਾਰਾ ਗੋਲਕ ਦਾ। ਹੁਣ ਜਗਤਾਰ ਸਿੰਘ ਹੋਣਾ ਦੀ ਗੱਲ ਕਰਤੀ ਸੀ, ਬਾਬਾ ਜਗਤਾਰ ਸਿੰਘ ਹੋਣਾ ਦੀ ਤਰਨਤਾਰਨ ਦੀ ਡਿਊਟੀ ਵਾਲੀ ਗੱਲ, ਫਿਰ ਉੱਥੇ ਆ ਕੇ ਸੂਈ ਫੇਰ ਫਸ ਜਾਣੀ ਹੈ, ਉੱਥੇ ਫੇਰ ਗੋਲਕ। ਅੱਛਾ ਵੇਖੋ, ਪੰਜਾਬ ਦੇ ਵਿੱਚ ਅਣਪਛਾਤੀ ਪੁਲਿਸ ਔਰ ਕਾਰ ਸੇਵਾ ਰਾਤ ਨੂੰ ਹੁੰਦੀ। ਕਿਆ ਬਾਤ, ਆਖੋ ਸਤਨਾਮ ਸ੍ਰੀ ਵਾਹਿਗੁਰੂ। ਪੁਰਾਣੇ ਸਮੇਂ ਦੇ ਵਿੱਚ ਲੜਾਈਆਂ ਹੁੰਦੀਆਂ ਸੀ ਸੂਰਜ ਟੂ ਸੂਰਜ, ਸੂਰਜ ਉਦੇ ਹੋਇਆ ਲੜਾਈ, ਸੂਰਜ ਛਪ ਗਿਆ ਤੇ ਲੜਾਈ ਬੰਦ। ਇੱਥੇ ਰਾਤ ਨੂੰ ਲਾਈਟਾਂ ਲਾ ਕੇ ਭਈ ਅੱਜ ਕੱਲ ਜਿਵੇਂ ਕਰੋਨਾ ਰਾਤ ਨੂੰ ਨਿਕਲਦਾ ਤੇ ਡਿਊਟੀ ਢਾਤੀ। ਕੀ ਗੱਲ ਕਰੀਏ ਕੌਮ ਦੇ ਜਥੇਦਾਰਾਂ ਦੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ। ਹਾਂਜੀ ਵੈਲਕਮ ਜੀ। ਹੈਲੋ। ਹਾਂਜੀ ਤੁਸੀਂ ਏਅਰ ਤੇ ਹੋ ਜੀ। ਪੱਟੀ ਸਾਹਿਬ ਤੇ ਚਾਵਲਾ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਖਾਲਸਾ ਜੀ, ਵਾਹਿਗੁਰੂ ਖਾਲਸਾ ਵਾਹਿ ਫਤਿਹ ਜੀ। ਹਾਂਜੀ, ਜਿਹੜੀ ਤੁਸੀਂ ਸੇਵਾ ਕਰ ਰਹੇ ਹੋ ਨਾ, ਬੜੀ ਮਹਾਨ ਹੈ। ਅਸੀਂ ਸੁਣ ਰਹੇ ਹਾਂ ਦਿਲ ਲਾ ਕੇ, ਔਰ ਹੋਰ ਵੀ ਲੋਕ ਸੁਣ ਰਹੇ ਨੇ। ਅਮਿਤਾਭ ਬੱਚਨ ਨੂੰ ਇਹ ਕਹਿੰਦੇ, ਮੈਂ ਸੁਣਿਆ ਮੇਰੀ ਮਾਂ ਮਾਰਤੀ, ਅਸੀਂ ਕੱਲੇ ਕੱਲੇ ਸਿੱਖ ਤੋਂ ਬਦਲਾ ਲਵਾਂਗੇ ਇਹਦਾ। ਜੀ ਬਿਲਕੁਲ ਚਾਵਲਾ ਸਾਹਿਬ, ਤੁਸੀਂ ਠੀਕ ਕਹਿ ਰਹੇ ਹੋ, ਲੇਕਿਨ ਮੈਂ ਇੱਥੇ ਇੱਕ ਗੱਲ ਹੋਰ ਐਡ ਕਰਨੀ ਚਾਹੁੰਦਾ। 2 ਕਰੋੜ ਰੁਪਈਆ ਉਹਨੇ ਗੁਰਦੁਆਰਾ ਸਾਹਿਬ ਨੂੰ ਦਿੱਤਾ, ਤਾਂ ਉਹ ਦਿੱਤਾ ਮੋਦੀ ਦੇ ਮੂੰਹ ਤੇ, ਬਸ ਮੈਂ ਗਾਂ ਕੀ ਕਹਾਂ, ਜਾਂ ਮੋਦੀ ਟੋਲੇ ਦੇ ਮੂੰਹ ਤੇ, ਉਹਨਾਂ ਤੇ ਵਿਸ਼ਵਾਸ ਨਹੀਂ ਕੀਤਾ। ਉਹਨੂੰ ਇਹ ਪਤਾ ਲੱਗ ਗਿਆ ਵੀ ਆਹ ਇੱਕ ਕੌਮ ਹੈ ਜਿਹੜੀ 2 ਕਰੋੜ ਦੀ ਵਰਤੋਂ ਸਹੀ ਕਰ ਸਕਦੀ ਹੈ। ਹੁਣ ਇਹ ਨਹੀਂ ਪਤਾ ਵੀ ਉਹਨੂੰ ਮਾਫੀ ਤਾਂ ਮੰਗਣੀ ਚਾਹੀਦੀ ਸੀ, ਕਿਉਂਕਿ ਇਹ ਪਰੰਪਰਾ ਦੇ ਮੁਤਾਬਕ ਜੇ ਉਹਨੇ ਇਹ ਗੱਲ ਕਹੀ ਹੈ, ਉਹ ਸ੍ਰੀ ਅਕਾਲ ਤਖ਼ਤ ਸਾਹਿਬ ਹਾਜ਼ਰ ਹੋ ਕੇ ਉੱਥੇ ਮਾਫੀ ਜ਼ਰੂਰ ਮੰਗੇ। ਇਹ ਬਿਲਕੁਲ ਕਹਾਂਗੇ। ਤੁਸੀਂ ਜਥੇਦਾਰ ਸਾਹਿਬ ਬੜਾ ਵਧੀਆ ਬਿਆਨ ਦਿੱਤਾ, ਬੜਾ ਵਧੀਆ ਲਫ਼ਜ਼ ਬੋਲਿਆ, ਬੜੀ ਵਧੀਆ ਗੱਲ ਕੀਤੀ ਹੈ। ਲੱਖਾਂ ਲੋਕਾਂ ਦੇ ਦਿਲਾਂ ਦੀ ਧੜਕਣ ਸੀ ਇਹ, ਉਸ ਵਕਤ ਚੜ੍ਹਦੀ ਜਵਾਨੀ 'ਚ ਸੀ, ਤੇ ਲੱਖਾਂ ਇਹਦੇ ਫਾਲੋਅਰ ਸੀ। ਉਹ ਇਹਦੇ ਇੱਕ ਉਹਨਾਂ ਬੋਲਾਂ ਦੇ ਉੱਤੇ ਉਮੜ ਕੇ ਪੈ ਗਏ। ਇਹਨੇ ਇੱਕ ਤਬਕੇ ਨੂੰ ਉਤਸ਼ਾਹ ਕੀਤਾ, ਇੱਕ ਤਬਕੇ ਨੂੰ ਮਾਰਨ ਵਾਸਤੇ। ਜੇ ਪ੍ਰੂਫ ਹੈ ਤੇ ਮੁਕੱਦਮਾ ਚੱਲਿਆ ਕਿਉਂ ਨਹੀਂ ਅਜੇ ਤੱਕ? ਮੁਕੱਦਮਾ ਚਲਾਉਣ ਵਾਲੇ ਜਿਹੜੇ ਨੇ ਉਹ ਕਿਉਂ ਸੁੱਤੇ ਰਹੇ? ਆਹ ਤੇ ਸਾਡੀ ਕੌਮ ਨੂੰ ਬਿਲਕੁਲ ਇੱਕ ਕਿਸਮ ਦਾ ਕਹਿ ਲਓ ਕਿ ਤੁਸੀਂ ਗਿਰਵੀ ਇਹਨਾਂ ਨੇ ਪਾ ਦਿੱਤਾ। ਮਨਵਾਉਣ ਵਾਲਾ ਇਤਿਹਾਸ ਕਦੇ ਮਾਫ ਕਰੂਗਾ ਇਹਨਾਂ ਨੂੰ? ਵੀ ਕੇਸ ਤੁਹਾਡਾ ਜਿਹੜਾ ਵਾ ਅਕਾਲ ਤਖ਼ਤ ਸਾਹਿਬ ਤੇ ਹੈ, ਤੇ ਅਕਾਲ ਤਖ਼ਤ ਸਾਹਿਬ ਨੂੰ ਤੁਸੀਂ ਟਿੱਚ ਸਮਝਦੇ ਹੋ। ਵੀ ਪਤਾ ਹੀ ਆ ਕਿ ਇਧਰੋਂ ਉਧਰੋਂ ਕਰਕੇ ਜਥੇਦਾਰ ਕੋ ਪੁੱਠਾ ਸਿੱਧਾ ਬਿਆਨ ਦਵਾ ਲਾਂਗੇ, ਕਿਉਂ ਪੱਟੀ ਸਾਹਿਬ? ਬਿਲਕੁਲ ਜੀ, ਬਿਲਕੁਲ ਤੁਹਾਡੀ ਗੱਲ ਬਿਲਕੁਲ ਠੀਕ ਹੈ ਜੀ। ਕਿਸੇ ਵੀ ਐਂਗਲ ਤੋਂ ਤੁਸੀਂ ਆ ਜਾਓ, ਕਿਸੇ ਵੀ ਐਂਗਲ ਤੋਂ ਆ ਜਾਓ ਤੁਸੀਂ, ਇੱਥੇ ਮਾਫੀ ਤੇ ਹੈ ਹੀ ਨਹੀਂ। ਕੇਸ ਤੁਹਾਡਾ ਸੁਪਰੀਮ ਕੋਰਟ ਦੇ ਵਿੱਚ ਆ, ਜਿਹੜੀ ਅਕਾਲ ਦੀ ਸੁਪਰੀਮ ਆ, ਉਹਦੇ ਵਿੱਚ ਪਿਆ ਆ। ਉੱਥੋਂ ਕੋਈ ਫੈਸਲਾ ਨਹੀਂ ਆ, ਤੁਸੀਂ ਉਹ ਕੋ ਪੈਸੇ ਲਈ ਜਾਂਦੇ ਹੋ। ਬੜੇ ਬੇਸ਼ਰਮ ਤੁਸੀਂ। ਆਉਣ ਵਾਲਾ ਇਤਿਹਾਸ ਤੁਹਾਨੂੰ ਕੀ ਲਿਖੂਗਾ? ਆਉਣ ਵਾਲੇ ਬੱਚੇ ਕੀ ਕਹਿਣਗੇ? ਇੰਨੇ ਬੇਸ਼ਰਮ ਸਨ ਸਾਡੇ ਸਿੱਖ ਕੌਮ ਦੇ ਜਿਹੜੇ ਇਹ ਲੀਡਰ। ਚਾਵਲਾ ਸਾਹਿਬ, ਜਿਹੜੀ ਗੱਲ ਤੁਸੀਂ ਕੀਤੀ, ਮਾਫੀ ਦੀ ਕੀਤੀ, ਖਾਲਸਾ ਜੀ ਮੈਂ ਸਪਸ਼ਟ ਕਰ ਦਿਆਂ ਕਿ ਬਕਾਇਦਾ ਤੌਰ ਤੇ ਅਮਿਤਾਭ ਬੱਚਨ ਨੇ ਖੰਡ ਪਾਠ ਬੁੱਕ ਕਰਾ ਕੇ ਖੰਡ ਪਾਠ ਕਰਾਇਆ ਸੀ। ਮਾਫੀ ਜਿੱਦਾਂ ਬਾਦਲ ਮੰਗੀ ਉਦਾਂ ਮੰਗੀ, ਜਨਤਕ ਤੌਰ ਤੇ ਥਰੂ ਪ੍ਰੋਪਰ ਚੈਨਲ ਨਹੀਂ ਮਿਲੀ। ਅਕਾਲ ਤਖ਼ਤ ਤੇ ਜਿਵੇਂ ਉਹਦੀ ਸ਼ਿਕਾਇਤ ਗਈ ਸੀ, ਉਹ ਅਕਾਲ ਤਖ਼ਤ ਤੇ ਜਾਂਦਾ, ਦੱਸੋ ਜੀ ਮੈਨੂੰ ਕੀ ਹੁਕਮ? ਅਸੀਂ ਕਾਲ ਜਿਹੜਾ ਗੈਰ ਸਿੱਖ ਬੁਲਾ ਨਹੀਂ ਸਕਦੇ। ਜੇ ਕੋਈ ਆਵੇ ਤਾਂ ਉਹਦੀ ਗੱਲ ਸਾਨੂੰ ਸੁਣਨੀ ਪਊ। ਇਤਿਹਾਸ ਸਾਡਾ ਗਵਾਹ ਇਸ ਗੱਲ ਦਾ। 2017 ਦੇ ਵਿੱਚ ਇਹਨਾਂ ਨੇ ਖੰਡ ਪਾਠ ਕਰਾਇਆ ਸੀ। ਆਪ ਅਮਿਤਾਭ ਬੱਚਨ ਇੱਥੇ ਆਇਆ ਸੀ, ਇਹਦੀ ਨੂੰਹ ਆਈ ਸੀ, ਇਹਦਾ ਮੁੰਡਾ ਆਇਆ ਸੀ, ਇਹਦੀ ਸਾਰੇ ਇਸ ਪਰਿਵਾਰ ਆਇਆ ਸੀ। ਇਹਦਾ ਬੇਟਾ ਤੇ ਦੀ ਨੂੰਹ ਅਕਸਰ ਹੀ ਸਾਲ 'ਚ ਇੱਕ ਵਾਰੀ ਆਉਂਦੇ ਰਹਿੰਦੇ ਦਰਬਾਰ ਸਾਹਿਬ ਮੱਥਾ ਟੇਕਣ ਵਾਸਤੇ। ਹੁਣ ਉਦੋਂ ਜੇ ਕਿਤੇ ਖਲੋ ਕੇ ਕਹਿੰਦਾ ਵੀ ਠੀਕ ਹੈ ਜੀ ਮੈਂ ਅੱਜ ਰਹਿਣਾ ਇੱਥੇ, ਮੈਂ ਜਥੇਦਾਰ ਦੇ ਕੋਲ ਜਾ ਕੇ ਮਾਫੀ ਮੰਗਦਾ, ਮੈਥੋਂ ਗਲਤੀ ਹੋਈ ਹੈ। ਤੂੰ ਪਤਾ ਗੱਲ ਕੀ ਹੈ? ਜਦੋਂ ਕਹਿੰਦਾ ਜੀ ਮੈਂ ਕੀਤਾ ਹੀ ਕੁਛ ਨਹੀਂ, ਫਿਰ ਤੇ ਗੱਲ ਹੀ ਮੁੱਕ ਜਾਂਦੀ ਮਾਫੀ ਦੀ। ਗੱਲ ਹੀ ਇੱਥੇ ਮੁੱਕਦੀ ਆ।
ਅਸੀਂ ਦੁੱਖ ਵੇਲੇ ਸੁੱਖ ਵੇਲੇ ਸਾਡੇ ਘਰੇ ਬੱਚਾ ਜੰਮਦਾ, ਬੱਚਾ ਚੜ੍ਹਾਈ ਕਰਦਾ, ਸਾਡਾ ਵਿਆਹ ਹੁੰਦਾ, ਸਾਡਾ ਪਤੀ ਪਤਨੀ ਮਰ ਜਾਂਦਾ, ਪਤਨੀ ਫੇਰ ਕਰਾਉਂਦੀ ਹੈ, ਪਤੀ ਕਰਾਉਂਦਾ ਹੈ ਪਤਨੀ ਵਾਸਤੇ, ਸਾਡੀ ਧੀਆਂ ਪੁੱਤਾਂ ਦਾ ਵਿਆਹ ਹੁੰਦਾ। ਕੌਮ ਦੇ ਵਿੱਚ ਕਿਸੇ ਵੇਲੇ ਵੀ ਵਿਪਤਾ ਬਣਦੀ ਹੈ, ਸੁੱਖ ਵੇਲੇ ਦੁੱਖ ਵੇਲੇ ਅਸੀਂ ਉਸ ਵਕਤ ਵੀ ਇਹੀ ਅਰਦਾਸ ਕਰਾਉਂਦੇ ਹਾਂ ਕਿ ਸਤਿਗੁਰੂ ਸੱਚੇ ਪਾਤਸ਼ਾਹ ਸਾਡੀਆਂ ਹੋਈਆਂ ਭੁੱਲਾਂ ਚੁੱਕਾਂ ਮਾਫ ਕਰੀ। ਇਹਨੂੰ ਕਿੱਦਾਂ ਤੁਸੀਂ ਲਓਗੇ? ਕਿਵੇਂ ਲਓਗੇ ਤੁਸੀਂ? ਬਾਣੀ ਨਿਤ ਕੰਠ ਕਰਨ ਵਾਲੇ ਵੀ ਬਾਣੀ ਪੜ੍ਹ ਕੇ ਕਹਿੰਦੇ ਨੇ ਕਿ ਸਾਡੇ ਕੋਲ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਚਾਹੁੰਦੇ ਆ। ਬਾਣੀ ਪੜ੍ਹਦਿਆਂ ਅਰਦਾਸੀ ਇਹੀ ਕਹਿੰਦਾ ਨਾ। ਬਿਲਕੁਲ ਬਿਲਕੁਲ। ਤੇ ਕੀ ਇਹਨੇ ਉਹ ਅਖੰਡ ਪਾਠ ਇਸ ਸਾਹਿਬ ਕਰਕੇ ਕਰਾਇਆ ਸੀਗਾ ਵੀ ਮੈਂ ਉਸ ਵਕਤ ਆ ਲਫ਼ਜ਼ ਬੋਲੇ ਸੀ ਉਹਦੇ ਲਈ ਮਾਫੀ ਵਾਸਤੇ ਅਖੰਡ ਪਾਠ ਸਾਹਿਬ ਕਰਾ ਰਿਹਾ? ਤੇ ਫਿਰ ਤਾਂ ਗੱਲ ਕਲੀਅਰ ਆ। ਫਿਰ ਉਸ ਵਕਤ ਜਹੇਦਾਰ ਸਾਹਿਬ ਫੈਸਲਾ ਲੈਂਦੇ ਵੀ ਆਇਆ ਵੀ ਨਿਮਾਣਾ ਬਣ ਕੇ, ਠੀਕ ਹੈ। ਕੌਮ ਨੂੰ ਨਹੀਂ ਪਤਾ ਕਿ VVIP ਲੋਕਾਂ ਵਾਸਤੇ ਰਜਿਸਟ੍ਰੇਸ਼ਨ ਜਿਹੜੀ ਆ ਉੱਥੇ ਅਖੰਡ ਪਾਠ ਸਾਹਿਬ ਦੀ ਉਹ ਲਗਾਤਾਰ ਚੱਲੀ ਰਹਿੰਦੀ ਹੈ। ਤੇ ਆਮ ਮਾਤਰ ਨੇ ਜੇਕਰ ਸ਼ਰਧਾ ਦੇ ਨਾਲ ਅਖੰਡ ਪਾਠ ਸਾਹਿਬ ਦਰਬਾਰ ਸਾਹਿਬ ਕਰਾਉਣਾ ਹੋਵੇ ਤੇ ਸਾਲਾਂ ਬੱਧੀ ਵਾਰੀ ਨਹੀਂ ਆਉਣੀ, ਅਗਲੇ ਜਨਮ 'ਚ ਭਾਵੇਂ ਵਾਰੀ ਆ ਜੇ ਉਹਦੀ। ਜੀ ਜੀ ਜੀ, ਇਹ ਤੁਹਾਨੂੰ ਵੀ ਪਤਾ, ਸਾਨੂੰ ਵੀ ਪਤਾ। ਚਲੋ ਐਨੀਵੇ, ਮੈਂ ਤੁਹਾਨੂੰ ਇਹ ਵੀ ਦੱਸ ਦਿਆਂ ਜੀ, ਜਦੋਂ ਇਹ ਮੱਥਾ ਟੇਕਣ ਆਇਆ ਸੀ ਸਵੇਰੇ ਤੜਕੇ 4 ਵਜੇ ਦਾ ਟਾਈਮ ਸੀਗਾ, ਨਾਲ ਅਸੀਂ ਵੀ ਸੀ ਉਸ ਟਾਈਮ ਦੇ ਉੱਤੇ, ਪੱਤਰਕਾਰ ਵੀ ਸੀ, ਫੋਟੋਗ੍ਰਾਫਰ ਨਾਲ ਤੇ ਹੈਗੀਆਂ ਫੋਟੋ ਪਈਆਂ। ਦੁੱਖ ਭੰਜਣੀ ਬੇਰੀ ਦੇ ਥੱਲੇ ਇਹਨਾਂ ਬੂਹਾ ਖੋਲਿਆ ਵੀ ਥੱਲੇ ਅਸੀਂ ਅੰਦਰ ਲਗਾ ਕੇ ਤੇ ਇਨਫੋਰਮੇਸ਼ਨ ਆਫਿਸ ਲਾ ਜਾਵਾਂਗੇ ਉੱਪਰ ਇਹਨੂੰ। ਜਦੋਂ ਉਹ ਬੂਹਾ ਖੋਲ ਕੇ ਉਹਨੂੰ ਸਨਮਾਨਿਤ ਕਰਨ ਦੀ ਪੂਰੀ ਤਿਆਰੀ ਸੀ SGPC ਨੂੰ, ਉਹ ਗਲਤੀ ਹੋ ਗਈ, ਜਾਣਾ ਚਾਹੀਦਾ ਸੀਗਾ, ਉਹ ਵੀ ਘੇਰੇ 'ਚ ਆ ਜਾਂਦੇ ਸਗੋਂ। ਲੇਕਿਨ ਉਹਨੇ ਜਾਣ ਤੋਂ ਇਨਕਾਰ ਕਰਤਾ। ਉਹਨੇ ਕਿਹਾ ਨਹੀਂ ਮੈਂ ਬਾਹਰ ਜਾਊਂਗਾ। ਮੈਂ ਅੱਖੀਂ ਵੇਖਿਆ ਸਭ ਕੁਝ ਨਜ਼ਾਰਾ ਸਭ। ਹੋ ਸਕਦਾ ਗਿਲਟੀ ਸੀ ਅੰਦਰੋਂ ਕਿਤੇ ਨਾ ਕਿਤੇ, ਉਹ ਦਰਬਾਰ ਹੀ ਇਹੋ ਜਿਹਾ, ਦਰ ਹੀ ਇਹੋ ਜਿਹਾ, ਉੱਥੇ ਆ ਕੇ ਉੱਥੇ ਆ ਕੇ ਵੱਡੇ ਵੱਡੇ ਜਿਹੜੇ ਨੇ ਉਹ, ਚਲੋ ਇਤਿਹਾਸ ਤਾਂ ਕਦੀ ਕਿਸੇ ਨੂੰ ਮਾਫ ਨਹੀਂ ਕਰਦਾ। ਆਪਾਂ ਆਖਰੀ ਵਾਈਡ ਅਪ ਕਰਦੇ ਹਾਂ। AB ਜਾਂ B ਬਲੱਡ ਗਰੁੱਪਾਂ ਵਾਲੇ ਲੋਕਾਂ ਨੂੰ ਕਰੋਨਾ ਮਹਾਂਮਾਰੀ ਦੌਰਾਨ ਬਹੁਤ ਜ਼ਿਆਦਾ ਸੰਭਲ ਕੇ ਰਹਿਣ ਦੀ ਲੋੜ ਹੈ। ਪਹਿਲਾਂ ਵੀ ਖਬਰ ਪੜ੍ਹੀ ਸੀ, ਪਰ ਤੁਹਾਡਾ ਇੱਕ ਅੱਧੇ ਮਿੰਟ ਦੇ ਵਿੱਚ ਮੈਂ ਲੈਣਾ ਚਾਹਾਂਗਾ ਇਹਦੇ ਪ੍ਰਤੀ ਨਜ਼ਰੀਆ, ਤੇ ਕੀ ਕਹਿਣਾ ਚਾਹੋਗੇ? ਇਹ ਕਾਉਂਸਲ ਆਫ ਸਾਇੰਟਿਫਿਕ ਐਂਡ ਇੰਡਸਟਰੀਅਲ ਰਿਸਰਚ ਹੈ ਜੀ। ਇਹਨਾਂ ਨੇ ਖੋਜ ਕੀਤੀ ਆ, 10,000 ਲੋਕਾਂ ਦਾ ਡਾਟਾ ਇਕੱਠਾ ਕੀਤਾ ਇਹਨਾਂ ਨੇ, ਤੇ 140 ਡਾਕਟਰਾਂ ਦੀ ਟੀਮ ਸੀ ਜਿਨ੍ਹਾਂ ਨੇ ਇਹ ਸਾਰਾ ਸਿੱਟਾ ਕੱਢਿਆ। ਉਹਨਾਂ ਕਿਹਾ ਕਰੋਨਾ ਦੀ ਲਾਗ ਜਿਹੜੀ AB ਤੇ B ਗਰੁੱਪ ਦੇ ਜਿਹੜੇ ਬੰਦੇ ਤੋਂ ਜ਼ਿਆਦਾ ਹੁੰਦਾ ਵਾ, ਉਹ ਗਰੁੱਪ ਦੇ ਬੰਦਿਆਂ ਨੂੰ ਘੱਟ ਹੁੰਦਾ ਵਾ। ਲੇਕਿਨ ਜਿਹੜੇ ਸੀਨੀਅਰ ਫਿਜ਼ੀਸ਼ੀਅਨ ਡਾਕਟਰ ਕਾਲਰਾ, ਉਹਨਾਂ ਕਿਹਾ ਅਜੇ ਇਹ ਜਲਦਬਾਜ਼ੀ ਹੋ ਗੱਲ ਕਹਿਣ ਦੀ ਤੇ ਗੱਲ ਸੱਚੀ ਹੈ ਕਿ ਝੂਠੀ ਹੈ। ਲੇਕਿਨ ਜਿਹੜੇ ਸਾਇੰਟਿਸਟ ਨੇ ਸਾਡੇ, ਜਿਹੜੇ ਇਹਨਾਂ ਦੇ ਡਾਕਟਰ ਨੇ, ਉਹਨਾਂ ਨੇ ਕਹਿਣਾ ਵੀ ਨਹੀਂ, ਅਸੀਂ ਜੋ ਸਰਵੇ ਕੀਤਾ ਉਹਦੇ ਮੁਤਾਬਕ ਬਿਲਕੁਲ ਠੀਕ ਹੈ। ਉਹ ਕਹਿੰਦੇ ਜੈਨੇਟਿਕ ਤੌਰ ਤੇ ਵੀ ਕੁਛ ਹੁੰਦਾ ਵਾ। ਕਈ ਪਰਿਵਾਰਾਂ ਦੀ ਜਿਹੜੀ ਆ ਉਹ ਕਾਇਆ ਜਿਹੜੀ ਬੜੀ ਮਜ਼ਬੂਤ ਹੁੰਦੀ, ਉੱਥੇ ਮਾੜੀ ਮੋਟੀ ਬਿਮਾਰੀ ਅਸਰ ਨਹੀਂ ਕਰਦੀ। ਕਈ ਹੁੰਦਾ ਵੀ 10-20 ਘਰ ਦੇ ਵਿੱਚ ਇੱਕ ਦਾ ਸਰੀਰ ਦਾ ਬਿਲਕੁਲ ਫਿੱਟ ਉਹਨੂੰ ਕੋਈ ਬਿਮਾਰੀ ਅਸਰ ਨਹੀਂ ਕਰਦੀ, ਬਾਕੀ ਸਾਰੇ ਬਿਮਾਰ ਹੁੰਦੇ ਆ। ਇਹ ਵੀ ਚੀਜ਼ ਹੈਗੀ ਹੈ। ਲੇਕਿਨ ਜਿਹੜਾ ਅਸੀਂ ਸਰਵੇ ਕੀਤਾ ਉਹਦੇ ਮੁਤਾਬਕ ਜੇ 10,000 ਬੰਦਿਆਂ ਤੇ 140 ਡਾਕਟਰ ਨੇ ਕੀਤਾ ਵਾ, ਤੇ ਇੱਕ ਡਾਕਟਰ ਦੀ ਕੀ ਵੱਟਦੀ ਉੱਥੇ 140 ਡਾਕਟਰ ਦਾ ਇਹ ਕਹਿਣਾ ਵੀ ਵੇਖੋ ਇਹ ਜਿਹੜਾ ਅਸੀਂ ਸਰਵੇ ਕੀਤਾ ਉਹਦੇ ਮੁਤਾਬਕ ਜਿਹੜਾ AB ਤੇ B ਗਰੁੱਪ ਦੇ ਬੰਦਿਆਂ ਨੂੰ ਜਿਹੜਾ ਕਰੋਨਾ ਜ਼ਿਆਦਾ ਹੁੰਦਾ ਤੇ ਉਹ ਵਾਲੇ ਨੂੰ ਘੱਟ ਹੁੰਦਾ ਵਾ। ਥੋੜਾ ਜਿਹਾ ਅਹਤਿਆਤ ਵਰਤਣ ਜਿਹੜੇ AB ਵਾਲੇ ਗਰੁੱਪ ਤੇ B ਵਾਲੇ, ਉਹ ਜ਼ਿਆਦਾ ਅਵੇਅਰ ਰਹਿਣੇ ਦੇ ਬਾਰੇ। ਜੀ ਭੱਟੀ ਸਾਹਿਬ ਬਹੁਤ ਬਹੁਤ ਸ਼ੁਕਰੀਆ। ਇਨਸਾਫ ਤਾਂ ਹੋ ਕੇ ਰਹੇਗਾ। ਕੀ ਇਨਸਾਫ ਹੈ? ਸਵੇਰੇ ਵੀਰਵਾਰ ਹੈ, ਭੱਟੀ ਸਾਹਿਬ ਹਾਜ਼ਰ ਹੋਣਗੇ। ਸੋ ਹੋਈਆਂ ਭੁੱਲਾਂ ਚੁੱਕਾਂ ਦੀ ਮਾਫੀ ਇੱਥੇ ਛੱਡ ਕੇ ਚੱਲੇ ਆ। ਇਨਸਾਫ ਤਾਂ ਹੋ ਕੇ ਹੀ ਰਹੇਗਾ। ਕਿਹੜਾ ਇਨਸਾਫ ਹੈ? ਉਹ ਉੱਪਰ ਵਾਲੇ ਦੀ ਕਚਹਿਰੀ ਹੈ ਜਾਂ ਇੱਥੋਂ ਵਾਲੀ ਕਚਹਿਰੀ ਹੈ ਜਾਂ ਫਿਰ ਬਿਆਨਬਾਜ਼ੀ ਹੈ? ਇਹ ਸੁਣਨ ਵਾਸਤੇ ਸਵੇਰੇ 9 ਵਜੇ ਟਿਊਨ ਅਪ ਕਰ ਲੈਣਾ ਵੌਇਸ ਆਫ ਸਿਟੀ 1320 AM ਤੇ ਰੰਗਲਾ ਪੰਜਾਬ। ਸਿਰਫ ਆ 2-4 ਘੰਟੇ ਰੈਸਟ ਕਰਕੇ ਫਿਰ ਤੁਹਾਡੀ ਕਚਹਿਰੀ ਦੇ ਵਿੱਚ ਹਾਜ਼ਰ ਹੁੰਦੇ ਆ। ਤਦ ਤੱਕ ਲਈ ਅਸੀਂ ਮਾਫੀ ਲੈਂਦੇ ਹਾਂ ਤੁਹਾਡੇ ਕੋਲੋਂ ਹੋਈਆਂ ਭੁੱਲਾਂ ਚੁੱਕਾਂ ਦੀ। ਤੇ ਲਓ ਫਿਰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਜੋਗੀ ਚੱਲਦੇ ਭਲੇ, ਨਗਰੀ ਵਸਦੀ ਭਲੀ। ਰੱਬ ਰਾਖਾ। ਸਤਿ ਸ੍ਰੀ ਅਕਾਲ। ਤੁਸੀਂ ਸੁਣ ਰਹੇ ਹੋ ਚਾਵਲਾ ਨਿਊਜ਼ ਨੈਟਵਰਕ ਟੋਰਾਂਟੋ CNN ਟੋਰਾਂਟੋ।